ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਗੱਲ ਆ ਰਹੀ ਹੈ ਹਿਊਮਨ ਬਿਹੇਵੀਅਰ ਦੀ। ਗੱਲ ਆ ਰਹੀ ਹੈ ਕਿ ਜੈਂਟਲਮੈਨਸ ਬਿਹੇਵੀਅਰ। ਇੱਕ ਮੰਤਰੀ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਉਹ ਕਿੱਦਾਂ ਦਾ ਬਿਹੇਵੀਅਰ ਰੱਖੇਗਾ ਲੋਕਾਂ ਦੇ ਨਾਲ? ਅੱਛਾ, ਇਹ ਪਹਿਲੀ ਵਾਰ ਹੀ ਨਹੀਂ ਹੈ, ਇਹ ਨਾ ਹੀ ਇਹ ਕੋਈ ਜੱਕੋ ਬੱਕਰੀ ਗੱਲ ਆ ਜਿਹੜੀ ਇਹਨਾਂ ਨੇ ਕੀਤੀ ਆ। ਪਹਿਲਾਂ ਵੀ ਮੰਤਰੀ ਇੱਦਾਂ ਕਰਦੇ ਰਹੇ ਨੇ ਔਰ ਇਦੋਂ ਜ਼ਿਆਦਾ ਵੀ ਗਲਤ ਕਰਦੇ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਬਹੁਤ ਸਹੀ ਕੀਤਾ ਜਾਂ ਬਹੁਤ ਗਲਤ ਕੀਤਾ, ਪਰ ਜਦੋਂ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਆਉਂਦਾ ਨਾ, ਸਾਨੂੰ ਉਦੋਂ ਹੀ ਪਤਾ ਲੱਗਦਾ ਹੈ। ਹੁਣ ਇਹ ਕਹਿੰਦੇ ਜੀ VC ਦੇ ਸਾਹਿਬ ਦੇ ਨਾਲ ਬਹੁਤ ਗਲਤ ਕਰ ਲਿਆ। ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਨਾ, ਇੱਥੇ ਸ਼ਿਸ਼ਟਾਚਾਰ ਦੀ ਕਮੀ ਹੈ। ਇੱਕ ਨਾ ਬੇਸਿਕ ਕੋਡ ਆਫ ਕੰਡਕਟ ਜਿਹੜਾ ਹੈ, ਇੱਕ ਬੇਸਿਕ ਜਿਹੜਾ ਸਾਡੀਆਂ ਜਿਹਨੂੰ ਕਹਿੰਦੇ ਅਸੀਂ ਵਿਚਰਨਾ ਨਾ, ਉਹਦੀ ਬਹੁਤ ਘਾਟ ਆ। ਪਤਾ ਨਹੀਂ ਕਿਉਂ। ਆਪਾਂ ਨਵਜੋਤ ਸਿੰਘ ਸਿੱਧੂ ਹੁਣ ਜਦੋਂ ਗਲਤ ਬੋਲਦੇ ਸੀ, ਆਪਾਂ ਉਦੋਂ ਵੀ ਗੱਲ ਕਰਦੇ ਸੀਗੇ। ਆਪਾਂ ਉਦੋਂ ਵੀ ਗੱਲ ਕਰਦੇ ਸੀ ਜਦੋਂ ਆਪਾਂ ਨੂੰ ਲੱਗਦਾ ਸੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਆ, ਤੂੰ ਮੈਂ ਕਰਕੇ ਬੁਲਾਉਂਦੇ ਆ, ਜਿਹੜਾ ਕਿ ਨਹੀਂ ਬੁਲਾਉਣਾ ਚਾਹੀਦਾ। ਹੁਣ ਜੇ ਆਪਾਂ ਫਰੀਦਕੋਟ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਹੈਲਥ ਯੂਨੀਵਰਸਿਟੀ ਹੈ ਇਹ, ਬਾਬਾ ਫਰੀਦ ਯੂਨੀਵਰਸਿਟੀ ਆ, ਐਡੇ ਵੱਡੇ ਅਹੁਦੇ 'ਤੇ ਕੋਈ ਬੰਦਾ ਖੜਾ ਹੋਵੇ, ਚਾਹੇ ਮੈਂ ਕਹਿੰਦਾ 100 ਗਲਤੀ ਉਸ VC ਦੀ ਹੋਵੇ, ਹੈ ਨਾ, ਤੁਹਾਡੇ ਕੋਈ ਹੱਕ ਨਹੀਂ ਹੈਗਾ, ਕਿਉਂਕਿ ਉਹ ਬਹੁਤ ਪੜ੍ਹਿਆ ਲਿਖਿਆ, ਤੁਸੀਂ ਪਤਾ ਨਹੀਂ ਉਹਦੇ ਥੱਲੇ ਆ ਕਿਤੇ। ਉਹ ਤਾਂ ਚਲੋ ਸ਼ੁਕਰਾਨਾ ਤੁਸੀਂ ਕਰੋਗੇ ਰੱਬ ਦਾ ਕਿ ਤੁਸੀਂ ਮੰਤਰੀ ਲੱਗ ਗਏ, ਕੱਲ੍ਹ ਨੂੰ ਉਹਦੇ ਉੱਤੇ ਲੱਗੇ ਹੋਏ ਆ। ਔਰ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਮੇਰੇ ਪਿਓ ਦਾ ਇਲਾਜ ਵੀ ਉਹਨੇ ਕੀਤਾ ਸੀਗਾ, ਜਾਂ ਫਿਰ ਇਹ ਵੀ ਕਹਿੰਦਾ, ਉਹ ਆਪ ਵੀ ਕਹਿੰਦੇ ਕਿ ਮੈਂ 5 ਤੋਂ 7 ਆਪਰੇਸ਼ਨ ਫ੍ਰੀ ਦੇ ਕਰਨਾ ਰੋਜ਼ ਦੇ। ਇਹ ਕਰ ਸਕਦਾ ਮੰਤਰੀ? ਕਦੇ ਵੀ ਨਹੀਂ ਕੋਈ ਕਰ ਸਕਦਾ। ਉਹੀ ਹੈ ਨਾ ਕਿ ਡਿਗਨਿਟੀ ਆਫ ਪੋਸਟ, ਤੁਹਾਨੂੰ ਕਮ ਸੇ ਕਮ ਮਰਿਆਦਾ ਦੇਖਣੀ ਚਾਹੀਦੀ ਆ। ਸੰਸਕਾਰ ਇਹ ਤਾਂ ਨਹੀਂ ਹੈਗੇ ਸਾਡੇ ਪੰਜਾਬ ਦੇ ਕਿ ਤੁਸੀਂ ਬਜ਼ੁਰਗਾਂ ਦੇ ਨਾਲ ਇੱਦਾਂ ਦਾ ਵਿਵਹਾਰ ਕਰੋ। ਠੀਕ ਹੈ, ਗੱਦੇ ਦੀ ਗੱਲ ਸੀ, ਤੁਸੀਂ ਉਹਨਾਂ ਨਾਲ ਆਰਾਮ ਨਾਲ ਗੱਲ ਕਰ ਸਕਦੇ ਸੀ, ਆਰਾਮ ਨਾਲ ਸਾਰੇ ਮਸਲੇ ਦੇ ਉੱਤੇ ਗੱਲ ਕੀਤੀ ਜਾ ਸਕਦੀ ਸੀ, ਪਰ ਉਹਨਾਂ ਨੂੰ ਉਸ ਗੱਦੇ ਦੇ ਉੱਤੇ ਲਟਾਉਣਾ। ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜੇ ਤੁਹਾਡੀ ਕੁਆਲੀਫਿਕੇਸ਼ਨ ਉਹਨਾਂ ਨਾਲ ਕਿਤੇ ਮੈਚ ਹੀ ਨਹੀਂ ਕਰਦੇ, ਜਿੱਥੇ ਤੱਕ ਉਹ ਡਾਕਟਰ ਸਾਹਿਬ ਪੜ੍ਹੇ ਲਿਖੇ ਨੇ। ਇਹ ਤਾਂ ਅਸੀਂ ਗੱਲ ਅਕਸਰ ਕਹਿੰਦੇ ਹਾਂ ਕਿ ਇਸ ਵਾਰ ਆਮ ਆਦਮੀ ਪਾਰਟੀ ਕਿਉਂ ਆ ਗਈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਬਦਲਾਅ ਚਾਹੀਦਾ, ਰਿਵਾਇਤੀ ਪਾਰਟੀ ਨੂੰ ਚਾਂਸ ਨਹੀਂ ਦੇਣਾ। ਇਸ ਕਰਕੇ ਤੁਹਾਨੂੰ ਚਾਂਸ ਮਿਲ ਗਿਆ, ਤੁਸੀਂ ਇੱਕ ਲੀਡਰ ਦੇ ਤੌਰ 'ਤੇ ਐਸਟੈਬਲਿਸ਼ ਹੋ ਗਏ, ਤੁਹਾਨੂੰ ਇੱਕ ਵਿਭਾਗ ਵੀ ਦੇ ਦਿੱਤਾ ਗਿਆ। ਨਾਓ ਇਹਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਨੂੰ ਦੂਜਿਆਂ ਨੂੰ ਜਾ ਕੇ ਗਲੇ ਤੋਂ ਫੜੋਗੇ, ਉਹਨਾਂ ਦੀ ਬੇਇੱਜ਼ਤੀ ਕਰੋਗੇ, ਉਹਨਾਂ ਦਾ ਕੈਰੈਕਟਰ ਅਸੈਸੀਨੇਸ਼ਨ ਕਰੋਗੇ। ਮੈਨੂੰ ਇਹ ਲੱਗਦਾ ਹੈ ਕਿ ਮੈਂ ਨਾ ਅਕਸਰ ਜਦੋਂ ਹੁਣ ਬਾਹਰ ਆਪਾਂ ਬੈਠਦੇ ਹਾਂ, ਹੋਰ ਵੀ ਮੀਡੀਆ ਵਾਲੇ ਹੁੰਦੇ ਆ, ਆਪਾਂ ਗੱਲਬਾਤ ਕਰਦੇ ਹਾਂ, ਇੱਕ ਗੱਲ ਜਿਹੜੀ ਸੰਜੀਵ ਜੀ ਉੱਥੇ ਨਾ ਬੜੀ ਦੇਖਣ ਨੂੰ ਮਿਲਦੀ ਆ। ਉਹ ਸਾਰੇ ਇਹ ਕਹਿੰਦੇ ਆ ਕਿ ਪੰਜਾਬ ਨੂੰ ਪੰਜਾਬ ਵਾਂਗਣੀਏ ਚਲਾਉਣ, ਪੰਜਾਬ ਵਰਕੇ ਚਲਾਉਣ, ਪੰਜਾਬ ਨੂੰ ਦਿੱਲੀ ਨਾ ਚੱਲਣ ਸਮਝਣ, ਕਿਉਂਕਿ ਪੰਜਾਬ ਇੱਕ ਮੁਖਤਲਿਫ ਆ। ਪੰਜਾਬ ਦੇ ਇੱਥੇ ਤੁਸੀਂ ਪੰਜਾਬ ਦੇ ਜਾਇਆਂ ਦੀ ਗੱਲ ਜਿਹੜੀ ਹੁੰਦੀ ਨਾ, ਕਹਿੰਦੇ ਨਹੀਂ ਟੈ ਨਾ ਬੰਨਣ ਕਿਸੇ ਦੀ, ਇਹ ਕਰਨ ਗੁਲਾਮੀ ਪਿਆਰ ਦੇ ਨਾਲ। ਅਤੇ ਉਹ ਇਹੀ ਗੱਲ ਆ ਕਿ ਅਸੀਂ ਉੱਦਾਂ ਕਿਸੇ ਦੀ ਟੈ ਨਹੀਂ ਮੰਨਦੇ। ਕੋਈ ਤੁਸੀਂ ਆਥੜੀ ਵੇਖ ਲਓ, ਕੋਈ ਕੁੱਤੇ ਕੋਈ ਵੀ ਕੰਮ ਕਰਦਾ ਹੋਵੇ, ਤੁਸੀਂ ਉਹਨੂੰ ਜਿੰਨਾ ਚਿਰ ਦੌਕੇ ਮਾਰ ਕੇ ਕੰਮ ਕਰਾਓ, ਉਹ ਵੀ ਫਿਰ ਕਹਿੰਦਾ ਵੀ ਬਈ ਤੂੰ ਇੱਦਾਂ ਨਹੀਂ ਸਰਨਾ, ਮੈਂ ਨਹੀਂ ਕੰਮ ਕਰਨਾ। ਇਹ ਅਣਖੀ ਲੋਕ ਆ, ਇਹਨਾਂ ਦੇ ਸੁਭਾਅ ਹੀ ਬਹੁਤ ਅਣਖੀਲੇ ਆ, ਟਾਈਮ ਮੰਨਦੇ ਨਹੀਂ ਕਿਸੇ ਦੀ। ਦੇਖੋ ਔਰ ਇਹ ਕਿਉਂਕਿ ਜਿਹੜਾ ਦਿੱਲੀ ਵਰਗੇ ਆਪਾਂ ਸਟੇਟਸ ਕਹਿ ਲਈਏ, ਉੱਥੇ ਕੁਝ ਹੋਰ ਚੱਲਣਾ। ਸੋ ਪੰਜਾਬ ਨੂੰ ਪੰਜਾਬ ਦੀ ਤਰ੍ਹਾਂ ਚਲਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ, ਜਦੋਂ ਕਹਿੰਦੇ ਹੁੰਦੇ ਨਾ ਵੀ ਪਾਣੀ ਭਰ ਕੇ ਫਿਰ ਉਛਲਣਾ ਸ਼ੁਰੂ ਹੋ ਜਾਂਦਾ, ਫਿਰ ਉੱਦਾਂ ਉਛਲਣਾ ਸ਼ੁਰੂ ਹੋ ਜਾਣਾ ਆ। ਇਹ ਮਾਨ ਸਾਹਿਬ ਨੂੰ ਵੀ ਸਮਝਣਾ ਚਾਹੀਦਾ, ਆੜੇ ਥੱਲੇ 92 ਦੇ 92 ਰੱਖਿਆ, ਇਹਨਾਂ ਨੂੰ ਵੀ ਸਮਝਣਾ ਚਾਹੀਦਾ ਆ। ਔਰ ਦੂਸਰੀ ਗੱਲ, ਮੈਂ ਬੜੀ ਵਧੀਆ ਐਗਜ਼ਾਮਪਲ ਸੁਣੀ ਸੀ ਉਦੋਂ, ਹੁਣ ਇਹ ਗੱਲ ਨਿਕਲੀ ਆ, ਅਤੇ ਮੈਂ ਕੱਲ੍ਹ ਇੱਦਾਂ ਬੈਠਾ ਹੋਇਆ ਸੀ, ਸੰਡੇ ਸੀਗਾ, ਅਤੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਦੋਂ ਕੋਈ ਟੀਚਰ ਜਾਂ ਕੋਈ ਵੀ ਵੱਡੀ ਇਸ ਡਿਗਨਿਟੀ ਐਜੂਕੇਸ਼ਨਿਸਟ ਪੋਸਟ ਤੋਂ ਆਉਂਦਾ ਆ, ਤਾਂ ਅਦਾਲਤ ਦੇ ਸਾਰੇ ਲੋਕ ਖੜੇ ਹੋ ਜਾਂਦੇ ਆ ਵੀ ਉਹ ਪ੍ਰੋਫੈਸਰ ਆ ਜਾਂ ਕੋਈ ਟੀਚਰ ਆ। ਪ੍ਰੋਫੈਸਰ, ਟੀਚਰ, ਅਸੀਂ ਉਹਨੂੰ ਨੇਸ਼ਨ ਬਿਲਡਰ ਕਹਿੰਦੇ ਆ। ਤੁਸੀਂ ਉਹਦੀ ਜੁੱਤੀ ਦੀ ਕਦਰ ਨਹੀਂ ਕਰ ਸਕਦੇ, ਮਤਲਬ ਮੈਨੂੰ ਇੱਥੋਂ ਤੱਕ ਲੱਗਦਾ, ਕਿਉਂਕਿ ਤੁਸੀਂ ਉਹਨਾਂ ਤੋਂ ਪੜ੍ਹ ਲਓਗੇ, ਕਿਉਂਕਿ ਉਹਨਾਂ ਨੇ ਸਾਰੀ ਉਮਰ ਪੜ੍ਹਾਇਆ ਲੋਕਾਂ ਨੂੰ, ਸਾਰੀ ਉਮਰ ਕੀਤਾ। ਹਾਂ, ਹਰ ਕਿਸੇ ਦਾ ਹਿਊਮਨ ਬਿਹੇਵੀਅਰ ਹੁੰਦਾ, ਕੋਈ ਚੰਗਾ ਕੋਈ ਮਾੜਾ, ਪਰ ਜੇ ਤੁਸੀਂ ਕਿਸੇ ਨੂੰ ਡਾਂਟਣਾ ਨਾ, ਬੰਦ ਕਮਰੇ 'ਚ ਭਲਾ ਉਹਦੀ ਜਾਨ ਲੈ ਲਓ। ਦੇਖੋ, ਇੰਨੇ ਸੀਨੀਅਰ ਬੰਦੇ ਨੂੰ ਤੁਸੀਂ ਸਿਰਫ ਇੰਨਾ ਹੀ ਕਹਿ ਦਿਓਗੇ ਨਾ, VC ਸਾਹਿਬ, ਇਹ ਉਮੀਦ ਨਹੀਂ ਸੀ VC ਸਾਹਿਬ, ਦੇਖੋ ਆ ਕੀ ਬਹੁਤ ਹੈ, ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਤੁਸੀਂ ਉਹਨਾਂ ਨੂੰ ਕਿਹਾ ਇੱਦਾਂ ਲੇਟੋ। ਔਰ ਦੂਜੀ ਗੱਲ ਇਹ ਆ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸੀਨੀਅਰ ਪੋਸਟ ਦੇ ਉੱਤੇ ਬੰਦੇ ਨਾਲ ਇਸ ਤਰ੍ਹਾਂ ਦਾ ਤੁਸੀਂ ਸਲੂਕ ਕਰ ਸਕਦੇ ਹੋ, ਤਾਂ ਬਾਕੀਆਂ ਨਾਲ ਤੁਸੀਂ ਕੀ ਸਲੂਕ ਕਰੋਗੇ? ਇਟ ਇਜ਼ ਨਾਟ ਜੈਂਟਲਮੈਨਸ ਬਿਹੇਵੀਅਰ। ਔਰ ਇੱਥੇ ਇੱਕ ਪੁਆਇੰਟ ਆਉਂਦਾ, ਕੇਜਰੀਵਾਲ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ, ਨੋਟਾ ਕਾ ਇਸਤੇਮਾਲ ਕੀਜੀਏ, ਜੇ ਤੁਸੀਂ ਕਿਸੇ ਨੂੰ ਵੋਟ ਨਹੀਂ ਦੇਣੀ, ਨੋਟਾ ਕਾ ਇਸਤੇਮਾਲ ਕੀਜੀਏ, ਓਕੇ। ਦੂਜਾ, ਤੁਸੀਂ ਬਹੁਤ ਅੰਡਰਲਾਈਨ ਕਰਦੇ ਸੀ ਇਸ ਗੱਲ ਨੂੰ, ਰਾਈਟ ਟੂ ਰਿਕਾਲ ਹੋਣਾ ਚਾਹੀਏ। ਜਿਹੜਾ ਬੰਦਾ ਤੁਹਾਨੂੰ ਪਸੰਦ ਨਹੀਂ, ਜਿਸ ਬੰਦੇ ਦਾ ਕੰਮ ਤੁਹਾਨੂੰ ਪਸੰਦ ਨਹੀਂ, ਉਹਨੂੰ ਵਾਪਸ ਬੁਲਾ ਲਵੇ ਜਨਤਾ, ਰਾਈਟ ਟੂ ਰਿਕਾਲ ਹੋਣਾ ਚਾਹੀਏ। ਹੁਣ ਇੱਥੇ ਰਾਈਟ ਟੂ ਰਿਕਾਲ ਦਾ ਇਸਤੇਮਾਲ ਕੀਤਾ ਜਾਵੇ ਜੌੜਾ ਸਾਹਿਬ ਵਾਸਤੇ।
ਤੁਸੀਂ ਸਿਰਫ ਉਹਨਾਂ ਦਾ ਮੰਤਰਾਲੇ ਬਦਲ ਦਿਓਗੇ, ਵਿਭਾਗ ਬਦਲ ਦਿਓਗੇ, ਇਜ਼ ਇਟ ਸਫੀਸ਼ੀਐਂਟ? ਨਹੀਂ ਦੇਖੋ ਪਤਾ ਗੱਲ ਕੀ ਹੈ, ਚਲੋ ਮੈਂ ਨਹੀਂ ਕਹਿੰਦਾ ਕਿ ਮੰਤਰਾਲਾ ਬਦਲ ਜਾਊਗਾ, ਕੁਝ ਕਰ ਦਿਓ, ਚਲੋ ਗਲਤੀ ਹੋ ਜਾਂਦੀ, ਭਾਵਕ ਹੋ ਜਾਂਦੀ, ਕਿਉਂਕਿ ਇਹ ਸਾਰੇ ਆਈ ਆ ਆਲੇ ਨਵੇਂ ਕਹਿੰਦੇ ਹੁੰਦੇ ਨਾ ਨਵੀਂ ਰੱਜੀ ਤੇ ਸ਼ਹਿਰ ਜਾਣ ਲੱਗੀ, ਉਹ ਗੱਲ ਵੱਖਰੀ। ਉਹ ਹੁਣ ਇਹਨਾਂ ਦੇ ਕੋਲ ਇਦਾਂ ਹੀ ਆ, ਇਹ ਹਲੇ ਸਹੁੰ ਵੀ ਨਹੀਂ ਚੁੱਕੀ ਸੀ ਤੇ ਦਫ਼ਤਰਾਂ ਦੇ ਵਿੱਚ ਜਾ ਕੇ ਤੇ ਛਾਪੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਇਹਨਾਂ ਨੇ। ਦੇਖੋ ਹਰ ਕੋਈ ਇੱਥੇ ਕੰਮ ਕਰਨਾ ਚਾਹੁੰਦਾ, ਹਰ ਕੋਈ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਆ, ਹਰ ਕੋਈ ਇਹ ਕਹਿੰਦਾ, ਜਦੋਂ ਆਪਾਂ ਗੱਲ ਕਰਦੇ ਆ ਨਾ ਉਹਨਾਂ ਕੋਲ ਕਹਿੰਦੇ ਜੀ ਕੈਨੇਡਾ ਅਮਰੀਕਾ ਸੋਹਣਾ ਆ, ਤੇ ਹਰ ਕੋਈ ਆਪਣੇ ਨਾ ਕੰਮ ਨੂੰ ਪਿਆਰ ਕਰਨਾ ਚਾਹੁੰਦਾ। ਹਾਂ ਦੁੱਕਾ ਤਿੱਕਾ ਨੂੰ ਛੱਡ ਕੇ ਦੇਖੋ ਆਪਾਂ ਸਾਰੀਆਂ ਮਛਲੀਆਂ ਨਹੀਂ ਗਿਣ ਸਕਦੇ। ਮੈਂ ਬੜੇ ਸਾਰੇ ਲੋਕਾਂ ਨੂੰ ਮਿਲਦਾ ਆ ਜਿਹੜੇ ਚਾਹੁੰਦੇ ਆ ਕਿ ਉਹ ਆਪਣੀ ਜੌਬ ਨੂੰ ਪਿਆਰ ਕਰਨ, ਕਿਉਂਕਿ ਉਹਨਾਂ ਨੂੰ ਰੋਜ਼ਗਾਰ ਦਿੰਦੀ। ਸਾਨੂੰ ਪੰਜਾਬੀਆਂ ਨੂੰ ਜਾਂ ਪੂਰੇ ਭਾਰਤੀਆਂ ਨੂੰ ਇਹ ਸਿਖਾਇਆ ਜਾਂਦਾ ਵੀ ਜਿੱਥੋਂ ਤੁਹਾਨੂੰ ਮਾਇਆ ਹੁੰਦੀ ਹੈ ਨਾ, ਅਸੀਂ ਵਿਸ਼ਵਕਰਮਾ ਪੂਜਦੇ ਹਾਂ, ਵਿਸ਼ਵਕਰਮਾ ਪੂਜਦੇ ਹਾਂ ਅਸੀਂ ਜੇ ਕੋਈ ਪੜਾਉਂਦਾ ਤਾਂ ਆਪਣੀਆਂ ਕਿਤਾਬਾਂ ਨੂੰ ਰੱਖ ਕੇ ਉਸ ਦਿਨ ਧੂਪ ਬੱਤੀ ਦਿੰਦਾ, ਜੇ ਕੋਈ ਹੁਣ ਪਰਿਵਾਰ ਬਣਾਉਂਦਾ ਤੇ ਸੰਦ ਸਿੱਧੇ ਨੂੰ ਦਿੰਦਾ। ਏਦਾਂ ਹੀ ਹਰ ਕੋਈ ਆਪਣੀ ਇੱਥੇ ਜੌਬ ਨੂੰ ਪੂਜਦਾ ਆ। ਇਹ ਕਰ ਲਿਆ ਪਏ ਨਵੇਂ ਆਏ ਇਹ ਜਾ ਕੇ ਨਾ ਚੜ੍ਹਨ ਲੱਗ ਪਏ ਉਹਨਾਂ ਦੇ ਉੱਤੇ। ਚਲੋ ਉਣਤਾਈਆਂ ਹੋਣਗੀਆਂ, ਪਰ ਉਣਤੀਆਂ ਤੁਹਾਡੇ ਪੱਖੋਂ ਹੀ ਆ। ਉਸ ਦਿਨ ਕਹਿ ਦਿੱਤਾ, ਫਿਰ ਬਹਾਦਰ ਸਾਹਿਬ ਨੇ ਉਹਨਾਂ ਨੇ ਵੀ ਕਹਿ ਦਿੱਤਾ, VC ਸਾਹਿਬ ਨੇ ਵੀ ਕਹਿੰਦਾ ਵੀ ਤੁਸੀਂ ਮੈਨੂੰ ਨਵੀਂ ਜਿਹੜੀ ਸਾਡੇ ਕੋਲ ਪਿਛਲੇ ਸਾਲ ਦੀ ਮਸ਼ੀਨਰੀ ਆਈ ਹੋਈ ਆ ਉਹ ਤਾਂ ਤੁਸੀਂ ਮੈਨੂੰ ਵਰਤਣ ਨਹੀਂ ਦਿੰਦੇ, ਮੈਨੂੰ ਫਿਰ ਦੋ ਪਾਵਰਾਂ। ਤੁਸੀਂ ਪਾਵਰ ਤਾਂ ਕੋਈ ਦਿੰਦੇ ਨਹੀਂ ਅਗਲੇ ਨੂੰ, ਤੁਸੀਂ ਗੱਲਾਂ ਕਰਦੇ ਆ। ਫਿਰ ਹੁਣ IIM ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੇ ਕਹਿ ਦਿੱਤਾ ਕਿ ਜਾਂ ਤਾਂ ਤੁਸੀਂ ਉਹਨੂੰ ਬਰਖਾਸਤ ਕਰੋ ਜਾਂ ਫਿਰ ਅਸੀਂ ਹੜਤਾਲ ਤੇ ਚਲੇ ਜਾਂਦੇ ਆ ਪੰਜਾਬ ਦੇ ਵਿੱਚ, ਫਿਰ ਤੁਹਾਨੂੰ ਦੱਸਦੇ ਪਤਾ। ਮੈਨੂੰ ਲੱਗਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਇੱਕ ਬਹੁਤ ਪ੍ਰੈਸਟੀਜੀਅਸ ਇੰਸਟੀਚਿਊਟ ਆ ਜਿਹੜਾ ਕੰਮ ਕਰਦਾ ਆ, ਔਰ ਜੇ ਉਹ ਸਟੈਂਡ ਲੈਂਦਾ ਬਹਾਦਰ ਸਾਹਿਬ ਦੇ ਲਈ ਤਾਂ ਮੈਨੂੰ ਲੱਗਦਾ ਇਸ ਤੋਂ ਵੱਧ ਕੇ ਕੋਈ ਵੱਡੀ ਗੱਲ ਨਹੀਂ ਹੈਗੀ। ਔਰ ਮੈਂ ਤੇ ਵੀ ਉਸ ਦਿਨ ਕਹਿਣਾ ਸੀਗਾ ਵੀ ਡੈਫੇਮੇਸ਼ਨ ਜਿਹੜੀ ਆ ਉਹ ਜ਼ਰੂਰ ਪਾਉਣੀ ਚਾਹੀਦੀ ਆ। ਬਿਲਕੁਲ VC ਸਾਹਿਬ ਨੂੰ ਡੈਫੇਮੇਸ਼ਨ ਪਾ ਦੇਣੀ ਚਾਹੀਦੀ ਆ, ਕਿਉਂਕਿ ਐਡੀ ਵੱਡੀ ਪਰਸਨੈਲਿਟੀ ਨੂੰ ਐਡੇ ਲੋਕਾਂ ਦੇ ਸਾਹਮਣੇ ਤੁਸੀਂ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਇਹ ਹੁੰਦਾ ਕਿ ਤੁਸੀਂ ਉਹਨੂੰ ਕੀ ਕਰਾ ਰਹੇ ਹੋ। ਇਹ ਤਾਂ ਹਿਊਮਿਲੇਸ਼ਨ ਆ, ਮਤਲਬ ਵੌਇਸ ਹਿਊਮਨ ਰਾਈਟਸ ਦਾ ਵਾਇਓਲੇਸ਼ਨ ਆ, ਹਿਊਮਨ ਰਾਈਟਸ ਆ। ਔਰ ਸਾਡਾ ਜੋ ਸੰਵਿਧਾਨ ਦਾ ਪ੍ਰੀਐਂਬਲ ਆ, ਸਾਡੇ ਸੰਵਿਧਾਨ ਦੀ ਬਣਤਰ ਹੈ, ਉਹ ਕਿਤੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਆਪਣੇ ਕੋ-ਸਿਟੀਜ਼ਨ ਦਾ ਅਪਮਾਨ ਕਰੋ, ਕੋ-ਸਿਟੀਜ਼ਨ ਨਾਲ ਮਿਸਬਿਹੇਵ ਕਰੋ। ਗਲਤੀ ਹੁੰਦੀ ਹੈ, ਪਰ ਉਹਦਾ ਇੱਕ ਆਫੀਸ਼ੀਅਲ ਤਰੀਕਾ ਹੈ ਗੱਲ ਕਰਨ ਦਾ, ਉਹਦਾ ਤਰੀਕਾ ਇਹ ਤਾਂ ਨਹੀਂ ਹੈ ਨਾ। ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਕੈਮਰੇ ਲੈ ਕੇ ਕਿਉਂ ਜਾਂਦੇ ਆ, ਇਹ ਦਿਖਾਣਾ ਮੀਡੀਆ ਵਾਲੇ ਕਿਉਂ ਲੈ ਕੇ ਜਾਂਦੇ। ਤੁਸੀਂ ਕੰਮ ਕਰਦੇ ਦੇਖੋ, ਤੁਹਾਡਾ ਹੀ ਡਿਪਾਰਟਮੈਂਟ ਆ, ਉਹ ਤੁਸੀਂ ਆਪਦਾ ਹੀ ਝੱਗਾ ਚੱਕੀ ਜਾਂਦੇ, ਆਪਦਾ ਢਿੱਡ ਦਿਖਾਈ ਜਾਂਦੇ, ਕੀ ਲੋੜ ਆ। ਪਹਿਲਾਂ ਸੈੱਟ ਕਰੋ, ਉਹਨਾਂ ਨੂੰ ਸਮਝਾਓ। ਕਹਿੰਦੇ ਹੁੰਦੇ ਨਾ ਵੀ ਪਹਿਲੀ ਵਾਰੀ ਵਾਰਨਿੰਗ ਤਾਂ ਦੂਸਰੀ ਵਾਰੀ ਫਿਰ ਤੁਸੀਂ ਵਾਰਨਿੰਗ ਨਾ ਦਿਓ। ਪਹਿਲੀ ਵਾਰੀ ਐਟਲੀਸਟ ਤੁਸੀਂ ਜਾ ਕੇ ਦੇਖੋ ਸਹੀ ਹੋਣ ਕੀ ਡਿਆ, ਉੱਥੇ ਵਾਰਨਿੰਗਾਂ ਦਿਓ, ਉੱਥੇ ਗੱਲਬਾਤ ਕਰੋ ਵੀ ਅਸੀਂ ਨਵੇਂ ਆਏ ਆ, ਅਸੀਂ ਇਸ ਚੀਜ਼ ਨੂੰ ਸਹਿਣਾ ਨਹੀਂ ਹੈਗਾ। ਤੁਸੀਂ ਆਪ 1 by 1 ਡੋਰ ਟੂ ਡੋਰ ਜਾ ਕੇ ਗੱਲ ਕਰ ਲਓ। ਕਿੰਨੀਆਂ ਕਿ ਇੰਸਟੀਚਿਊਟਸ ਨੇ, ਕਿੰਨੀਆਂ ਕਿ ਯੂਨੀਵਰਸਿਟੀਜ਼ ਨੇ, ਹੈਲਥ ਯੂਨੀਵਰਸਿਟੀਜ਼, ਤੁਸੀਂ ਕੱਲੇ ਤੇ ਚਲੇ ਜਾਓ। ਬਿਲਕੁਲ ਸਹੀ ਗੱਲ ਹੈ, ਪਰ ਗੱਲ ਇਹ ਆ ਨਾ, ਇਹ ਮੈਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਸੰਜੀਵ ਜੀ ਕੱਲੀ, ਚਲੋ ਇਹ ਤਾਂ ਕੇਸ ਸਾਡੇ ਕੋਲੇ ਆ ਗਿਆ। ਇਹ ਲੋਕ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਨਾ, ਇਹ ਆਪਣੇ ਆਪ ਨੂੰ ਸਭ ਤੋਂ ਸਰਵ ਉੱਤਮ ਸਮਝਣਾ ਸ਼ੁਰੂ ਕਰ ਦਿੰਦੇ, ਜਦ ਕਿ ਇਹਨਾਂ ਨੂੰ ਪਤਾ ਆ ਕਿ ਜੇ ਬਿਊਰੋਕ੍ਰੇਸੀ ਔਰ ਇਦਾਂ ਦੇ ਜਿਹੜੇ ਰੋਸ਼ਨ ਦਿਮਾਗ ਲੋਕ ਆ ਨਾ, ਜੇ ਇਹ ਪਿੱਛਾ ਖਿੱਚ ਲੈਣ ਨਾ, ਹੱਥ ਖਿੱਚ ਲੈਣ, ਤਾਂ ਤੁਸੀਂ ਧੜਾਮ ਕਰਕੇ ਥੱਲੇ ਡਿੱਗਣਾ ਤੇ ਤੁਹਾਡੇ ਕੋਲੇ ਚੱਕਿਆ ਵੀ ਨਹੀਂ ਜਾਣਾ ਆਪਣੇ ਆਪ ਨੂੰ। ਸਿੱਧੀ ਗੱਲ ਹੈ, ਸਹੀ ਗੱਲ ਕਹਿ ਰਹੇ ਹੋ ਤੁਸੀਂ। ਦੇਖੋ ਜੇ ਤੁਸੀਂ ਕਹੋ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਦੀ ਆ, ਇਕਨੋਮੀ ਕਿਵੇਂ ਚੱਲਦੀ ਹੈ, ਬਜਟ ਕਿਵੇਂ ਬਣਾਏ ਜਾਂਦੇ ਨੇ, ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ। ਇਹ ਜਿਹੜੇ ਬਿਊਰੋਕਰੇਟਸ ਬੈਠੇ ਹੋਏ ਨੇ ਇਹੀ ਦੱਸਦੇ ਨੇ, ਜਿਹੜੇ ਤੁਸੀਂ ਕਿਹਾ ਰੋਸ਼ਨ ਦਿਮਾਗ ਲੋਕ ਬੈਠੇ ਨੇ, ਇਹੀ ਇਸ ਚੀਜ਼ ਨੂੰ ਚਲਾਉਂਦੇ ਨੇ। ਔਰ ਇਹਨਾਂ ਨੂੰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਆ। ਔਰ ਇਹ ਕੋਈ ਬਿਹੇਵੀਅਰ ਨਹੀਂ ਹੈ, ਕਿਉਂਕਿ ਗੁੱਸਾ ਹਰੇਕ ਨੂੰ ਆ ਸਕਦਾ, ਗੁੱਸਾ ਸਾਨੂੰ ਸਾਰਿਆਂ ਨੂੰ ਆਉਂਦਾ, ਔਰ ਇਹ ਗੁੱਸਾ ਕਰਨ ਵਾਲੀ ਗੱਲ ਵੀ ਹੈ। ਔਰ ਜਿਹੜੇ ਵੱਡੇ ਇੰਸਟੀਚਿਊਟਸ ਦੇ ਹੋਰ ਲੋਕ ਵੀ ਕਹਿ ਰਹੇ ਨੇ ਜੋ ਮੈਡੀਕਲ ਬੈਕਗਰਾਊਂਡ ਤੋਂ ਨੇ, ਕਿ ਅਸੀਂ ਵੀ ਰਿਜ਼ਾਈਨ ਕਰ ਦਿੰਦੇ ਹਾਂ, ਕਿ ਦਿਸ ਇਜ਼ ਨਾਟ ਦਾ ਵੇ, ਕਿ ਇਸ ਤਰ੍ਹਾਂ ਥੋੜਾ ਬਿਹੇਵ ਕਰੋਗੇ ਤੁਸੀਂ ਇੱਕ ਸੀਨੀਅਰ ਬੰਦੇ ਦੇ ਨਾਲ। ਵਾਕਈ ਤੁਹਾਡੀ ਗੱਲ ਬਿਲਕੁਲ ਦੋਸਤਾ। ਸੋ ਮੈਂ ਉਹੀ ਕਹਿ ਰਿਹਾ ਵੀ ਡੈਫੇਮੇਸ਼ਨ ਕਰ ਦੇਣੀ ਚਾਹੀਦੀ, ਉਹਨਾਂ ਨੂੰ ਡੈਫੇਮੇਸ਼ਨ ਕਰ ਦੇਣੀ ਚਾਹੀਦੀ ਹੈ। ਬਾਕੀ ਠੀਕ ਹੈ, ਜੋ ਐਕਸ਼ਨ ਮਾਨ ਸਾਹਿਬ ਨੇ ਲੈਣਾ ਹੈ ਉਹ ਮਾਨ ਸਾਹਿਬ ਐਕਸ਼ਨ ਜ਼ਰੂਰ ਲੈਣ। ਲੇਕਿਨ ਤੁਸੀਂ ਇੱਕ ਗੱਲ ਕੀਤੀ ਨਾ ਕਿ ਮੀਡੀਆ ਨੂੰ ਨਾਲ ਲੈ ਕੇ ਜਾਂਦੇ ਨੇ, ਚਲੋ ਇਹ ਤਾਂ ਚੰਗਾ ਹੋ ਗਿਆ ਕਿ ਮੀਡੀਆ ਨੂੰ ਨਾਲ ਲੈ ਕੇ ਗਏ, ਖਬਰ ਬਾਹਰ ਆ ਗਈ। ਨਹੀਂ ਗੱਲ ਇਹ ਹੈ ਨਾ, ਦੇਖੋ ਸੰਜੀਵ ਜੀ, ਖਬਰ ਤਾਂ ਬਾਹਰ ਆ ਜਾਣੀ, ਸੋਸ਼ਲ ਮੀਡੀਆ ਦਾ ਯੁੱਗ, ਅੱਜ ਕੱਲ੍ਹ ਲੋਕੀ ਫੋਨ ਤੇ ਬਣਾ ਲੈਂਦੇ ਵੀਡੀਓ, ਹੈ ਨਾ। ਮੈਨੂੰ ਇਹ ਲੱਗਦਾ ਕਿ ਦਿਖਾਵਾ ਬਹੁਤ ਹੈ। ਇਹ ਸਟਾਈਲ ਆਫ ਵਰਕਿੰਗ ਜਿਹੜਾ ਨਾ, ਸਾਨੂੰ ਰਾਸ ਨਹੀਂ ਬਹੁਤਾ ਚਰਾਉਣਾ। ਇਹ ਸਟਾਈਲ ਆਫ ਵਰਕਿੰਗ ਸਾਨੂੰ ਉਹ ਚਾਹੀਦਾ, ਕਿਉਂਕਿ ਪੰਜਾਬੀ ਥੋੜੇ ਅਣਖੀ ਚਾਹੀਦਾ, ਕਿਉਂਕਿ ਸੁਭਾਅ ਬਹੁਤ ਅਣਖੀ ਆ ਸਾਡੇ। ਅਸੀਂ ਨਾ ਨਿੱਕੀ ਨਿੱਕੀ ਗੱਲ ਤੇ ਸਟੈਂਡ ਲੈ ਜਾਂਦੇ ਪੰਜਾਬੀ ਆ, ਤੇ ਪੰਜਾਬ ਦੇ ਲਈ ਉਹ ਅਪਰੋਚ ਰੱਖਣੀ ਜਿਹੜੀ ਤੁਸੀਂ ਦਿੱਲੀ 'ਚ ਅਪਰੋਚ ਰੱਖਦੇ ਹੋ, ਇਹ ਸਰਾਸਰ ਗਲਤ ਹੈ। ਸਾਨੂੰ ਵੱਖਰੀ ਅਪਰੋਚ ਦੇ ਨਾਲ ਸਿਰਜੇ, ਕਿਉਂਕਿ ਪੰਜਾਬ ਇੱਕ ਅਜਿਹੀ ਸਟੇਟ ਹੈ, ਦੁਨੀਆ ਸਾਰੀ ਬੰਨੇ ਹੋਵੇ, ਸਾਡੀਆਂ ਜਿਹੜੀਆਂ 29 ਸਟੇਟਸ ਨੇ ਉਹਨਾਂ ਦੇ ਵਿੱਚੋਂ 28 ਭਲਾ ਇੱਕ ਬੰਨੇ ਹੋਣ, ਪੰਜਾਬ ਇਕੱਲਾ ਇੱਕ ਬੰਨੇ ਖੜਾ ਰਹੂਗਾ। ਗੱਲ ਇਹ ਹੈ ਨਾ, ਕਿਉਂਕਿ ਦਿੱਲੀ ਦੇ ਵਿੱਚ ਮੋਸਟਲੀ ਲੋਕ ਮਾਈਗ੍ਰੇਟ ਕਰਕੇ ਆਏ ਨੇ, ਥਾਂ ਤੋਂ ਲੋਕ ਆਏ ਨੇ, ਕਿਉਂਕਿ ਸੈਂਟਰਲ ਗਵਰਨਮੈਂਟ ਆ ਉੱਥੇ, ਕੋਈ ਕਿੱਥੋਂ ਆ ਗਿਆ ਟਰਾਂਸਫਰ ਹੋ ਕੇ, ਕੋਈ ਕਿੱਥੋਂ ਆ ਟਰਾਂਸਫਰ ਹੋ ਕੇ। ਇੱਥੇ ਮੈਜੋਰਿਟੀ ਪੰਜਾਬੀਜ਼ ਨੇ,
ਤਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਈਕੋਲੋਜੀ ਡਿਫਰੈਂਟ ਆ, ਸਟਰਕਚਰ ਡਿਫਰੈਂਸ ਆ, ਲੋਕਾਂ ਦਾ ਸੋਚਣ ਦਾ ਤਰੀਕਾ ਡਿਫਰੈਂਟ ਆ, ਲੋਕਾਂ ਦੀ ਪਿਛੋਕੜ ਡਿਫਰੈਂਟ ਆ। ਇਸ ਕਰਕੇ ਪੰਜਾਬ ਨੂੰ ਪੰਜਾਬ ਵਾਕਨ ਹੀ ਡੀਲ ਕਰਨਾ ਪਊਗਾ, ਪੰਜਾਬ ਨੂੰ ਦਿੱਲੀ ਵਾਕਨ ਡੀਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਲੋਕਾਂ ਦੀ ਸੋਚ ਵੱਖਰੀ ਆ। ਇਸ ਕਰਕੇ ਇਹ ਜਿਹੜੇ ਬੇਸਿਕ ਸੰਸਕਾਰ ਸਾਨੂੰ ਪਰਿਵਾਰਾਂ ਚੋਂ ਮਿਲਦੇ ਨੇ ਨਾ, ਵੱਡਿਆਂ ਦੀ ਇੱਜ਼ਤ ਕਰੋ, ਤਾਂ ਇਹ ਸੰਸਕਾਰ ਇਸਤੇਮਾਲ ਕਰਨੇ ਚਾਹੀਦੇ ਨੇ ਸਾਡੇ ਸਿਹਤ ਮੰਤਰੀ ਜੀ ਨੂੰ, ਤਾਂ ਕਿ ਇਹ ਬਜ਼ੁਰਗਾਂ ਦੀ ਇੱਜ਼ਤ ਦੀ ਜੋ ਰਿਵਾਇਤ ਹੈ ਨਾ ਸਾਡੇ ਪੰਜਾਬ ਦੇ ਵਿੱਚ, ਜੋ ਪਿਰਤ ਹੈ, ਉਹ ਖਰਾਬ ਨਹੀਂ ਹੋਣੀ ਚਾਹੀਦੀ। ਇਹ ਕਿਸੇ ਵੀ ਐਂਗਲ ਤੋਂ ਇਹ ਗੱਲ ਜਿਹੜੀ ਹੈ ਇਹ ਨਿੰਦਣਯੋਗ ਹੈ ਜੀ। ਸੋ ਅੱਗੇ ਵਧੀਏ ਜੀ। ਅੱਗੇ ਹੈਗਾ ਕਿ LPU ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ, ਕਿਉਂਕਿ ਪੰਚਾਇਤੀ ਜ਼ਮੀਨ ਹੜਪ ਕਰਨ ਦਾ ਜਿਹੜਾ ਦੋਸ਼ ਲੱਗਿਆ ਹੈ ਉਹਦੀ ਜਾਂਚ ਵਾਸਤੇ, ਔਰ ਸੁਖਪਾਲ ਖਹਿਰਾ ਸਾਹਿਬ ਕਹਿੰਦੇ ਨੇ ਕਿ ਹੁਣ ਲੈ ਕੇ ਦਿਖਾਓ ਐਕਸ਼ਨ, ਕਿਉਂਕਿ ਮਿੱਤਲ ਸਾਹਿਬ ਜਿਹੜੇ ਨੇ ਉਹ ਅੱਗੇ ਰਾਜ ਸਭਾ ਦੇ ਵਿੱਚ ਪਹੁੰਚੇ ਹੋਏ ਨੇ, ਰਾਜ ਸਭਾ ਮੈਂਬਰ ਨੇ, ਔਰ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਪੰਜਾਬ ਤੋਂ, ਤੇ LPU ਉਹਨਾਂ ਦੀ ਹੈ। ਹੁਣ ਐਕਸ਼ਨ ਲੈ ਕੇ ਦਿਖਾਓ। ਪਿੱਛੇ ਜੇ ਕੁਲਦੀਪ ਢਾਲੀਵਾਲ ਪਿੱਛੋਂ ਜੋ ਆਪਾਂ ਦੇਖਿਆ ਕਿੰਨੇ ਦਿਨ ਹੋ ਗਏ ਆ, ਉਹ ਕਹਿੰਦੇ ਜੀ ਮੈਂ ਇੰਨੀਆਂ ਪੰਚਾਇਤੀ ਜ਼ਮੀਨਾਂ ਛਡਾ ਲਈਆਂ, ਮੈਂ ਇੰਨੀਆਂ ਕਰ ਲਗਾ। ਦੂਸਰੇ ਬੰਨੇ ਹੁਣ ਕਾਂਗਰਸ ਵਾਲੇ 2 ਮਿਨਿਸਟਰ ਲਗਾਤਾਰ ਇਹਨਾਂ ਦੇ ਪੈਰ ਨਹੀਂ ਲੱਗਣ ਦਿੰਦੇ, ਉਹ ਕਦੀ ਇਧਰੋਂ ਵਾਰ ਤੇ ਕਦੀ ਉਧਰੋਂ ਵਾਰ, ਕਦੀ ਉਧਰੋਂ ਬਾਅਦ ਤੇ ਟਵੀਟਰ ਹੋਏ ਰਹਿੰਦੇ ਨੇ। ਮੈਂ ਗੱਲ ਕਰ ਰਿਹਾ ਸੁਖਪਾਲ ਖਹਿਰਾ ਤੇ ਪ੍ਰਗਟ ਸਿੰਘ, ਪਿੱਛੇ ਜੇ ਵੀ ਉਹ ਗਰਮ ਹੋਏ ਸੀਗੇ। ਸੁਖਪਾਲ ਪ੍ਰਗਟ ਸਿੰਘ ਤੇ ਕਿਤੇ ਨਾ ਕਿਤੇ ਫਿਰ ਵੀ ਬੈਕਫੁੱਟ ਤੇ ਆ ਜਾਂਦੇ ਨੇ, ਪਰ ਸੁਖਪਾਲ ਖਹਿਰਾ ਲਗਾਤਾਰ ਮਚੇ ਹੋਏ ਨੇ। ਉਹ ਕਹਿੰਦੇ ਵੀ ਤੁਹਾਡਾ ਆਪਦਾ ਹੀ ਹੁਣ ਮਿੱਤਲ ਸਾਹਿਬ ਹੁਣੀ ਜਿਹੜੇ ਆ ਉਹ ਰਾਜ ਸਭਾ ਮੈਂਬਰ ਆ, ਤੇ ਹੁਣ ਤੁਸੀਂ ਕੁਝ ਕਰਕੇ ਦਿਖਾਓ, ਦੇਖਦੇ ਆ ਕਿਵੇਂ ਤੁਸੀਂ ਕਰਦੇ ਆ। ਬਾਕੀ ਮੈਨੂੰ ਵੀ ਇਹ ਚੈਲੰਜਿੰਗ ਜਿਹਾ ਲੱਗਦਾ ਵੀ ਦੇਖੋ ਕੀ ਹੁੰਦਾ ਹੈ, ਕਿਉਂਕਿ ਵਾਕਈ ਹੈ ਨਾ, ਕਹਿੰਦੇ ਤੇ ਬਹੁਤ ਆ, ਵਾਅਦੇ ਤੇ ਬਹੁਤ ਆ, ਤੇ ਫਿਰ ਦੇਖਦੇ ਆ ਹੁਣ ਵਾਅਦੇ, ਕਿਉਂਕਿ ਰਸੂਖਦਾਰ ਆਦਮੀ ਨੂੰ ਜਦੋਂ ਤੁਸੀਂ ਇਨ ਬੋਟ ਲੈਂਦੇ ਹੋ, ਆਪਣੇ ਜਹਾਜ਼ 'ਚ ਲੈਂਦੇ ਹੋ ਨਾ, ਕਿਸੇ ਕਰਕੇ ਲੈਂਦੇ ਹੋ, ਤੇ ਫਿਰ ਜਦੋਂ ਰਸੂਖਦਾਰ ਨਾਲ ਵਿਗਾੜਨੀ ਆ ਤਾਂ ਉਹਦਾ ਖਰਚਾ ਵੀ ਬਹੁਤ ਹੋਣਾ ਆ। ਦੇਖਦੇ ਕੀ ਹੁੰਦਾ। ਬਿਲਕੁਲ ਜੀ, ਕਿਉਂਕਿ ਉਹਨਾਂ ਨੇ ਸਪੈਸ਼ਲ ਟਵੀਟ ਕੀਤਾ, ਸੁਖਪਾਲ ਖਹਿਰਾ ਜੀ ਨੇ ਟਵੀਟ ਕੀਤਾ, ਔਰ ਇਹ ਇੱਕ ਚੁਣੌਤੀ ਹੈ ਇੱਕ ਤਰ੍ਹਾਂ ਦੀ ਕਿ ਕੇਜਰੀਵਾਲ ਸਾਹਿਬ ਹੁਣ ਦੇਖਦੇ ਆ ਤੁਸੀਂ ਕੀ ਕਰਦੇ, ਕਿਉਂਕਿ ਬਹੁਤ ਲੋਕਾਂ ਦੇ ਖਿਲਾਫ ਤੁਸੀਂ ਕਾਰਵਾਈ ਕਰਵਾ ਰਹੇ ਹੋ, ਔਰ ਮਾਨ ਸਾਹਿਬ ਖੁਦ ਵੀ ਗਏ ਨੇ ਇੱਕ ਮੌਕੇ ਦੇ ਉੱਤੇ ਜਦੋਂ ਪੰਚਾਇਤੀ ਜ਼ਮੀਨ ਛੁਡਵਾਉਣੀ ਹੈ ਕਿ ਤੁਸੀਂ ਮੁਹਿੰਮ ਚਲਾਈ ਹੋਈ ਹੈ, ਤਾਂ ਉਸ ਮੁਹਿੰਮ ਦੇ ਵਿੱਚ ਹੁਣ LPU ਦੇ ਮਿੱਤਲ ਸਾਹਿਬ ਦਾ ਵੀ ਨਾਂ ਆਉਣ ਲੱਗ ਪਿਆ। ਉਹਨਾਂ ਦੀ ਜਾਂਚ ਦਾ ਕੀ ਬਣੂਗਾ, ਕੀ ਅੱਗੇ ਚੱਲ ਕੇ ਹੋਊਗਾ, ਇਹ ਅਸੀਂ ਦੇਖਾਂਗੇ। ਸੋ ਦਿਲਚਸਪ ਹੋਣ ਵਾਲਾ ਵੈਸੇ ਇਹ ਸਭ ਕੁਝ, ਕਿਉਂਕਿ ਇਹਨਾਂ ਦੇ ਆਪਣੇ ਹੀ ਬੰਦੇ ਜਾਂਚ ਦੇ ਘੇਰੇ 'ਚ ਆਉਂਦੇ ਪਏ ਨੇ ਇਸ ਵਕਤ। ਸੋ ਅੱਗੇ ਚੱਲਦੇ ਹਾਂ ਜੀ। ਸੁਖਬੀਰ ਬਾਦਲ ਸਾਹਿਬ ਗਏ ਨੇ ਮੀਂਹ ਪ੍ਰਭਾਵਿਤ ਪਿੰਡਾਂ ਦੇ ਵਿੱਚ, ਤੂਫਾਨੀ ਦੌਰਾ ਕੀਤਾ, ਤੇ ਕਹਿੰਦੇ ਨੇ ਕਿ ਸਰਕਾਰਾਂ ਨੂੰ ਚਾਹੀਦਾ ਕਿ ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਕਿਉਂਕਿ ਮੀਂਹ ਕਰਕੇ ਕਾਫੀ ਨੁਕਸਾਨ ਹੋਇਆ ਫਸਲਾਂ ਦਾ। ਸੁਖਬੀਰ ਬਾਦਲ ਹੁਣੀ ਪਿਛਲੇ ਤੋਂ ਨਾ ਇਦਾਂ ਲੱਗਦਾ ਆ ਕਿ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਚੇਤੇ ਆਉਂਦੀਆਂ ਵੀ ਜਾਣਾ ਵੀ ਹੁੰਦਾ ਦੌਰਾ ਕਰਨ, ਫਿਰ ਦੱਸਣਾ ਵੀ ਹੁੰਦਾ ਸਰਕਾਰ ਨੂੰ, ਜਿੱਦਾਂ ਇੱਕ ਵਧੀਆ ਕਹਿ ਲਿਓ ਕਿ ਓਪੋਜੀਸ਼ਨ ਵਾਲਾ ਰੋਲ ਹੁੰਦਾ ਨਾ, ਅਦਾ ਹੋ ਰਿਹਾ, ਉਹ ਅਦਾ ਹੋ ਰਿਹਾ। ਪਰ ਜਦੋਂ ਨਾ ਲੋੜ ਹੁੰਦੀ ਹੈ ਉਦੋਂ ਇਹ ਰੋਲ ਅਦਾ ਨਹੀਂ ਹੁੰਦੇ। ਜਦੋਂ ਇਹ ਓਪੋਜੀਸ਼ਨ ਤੋਂ ਆਪ ਸੱਤਾ ਦੇ ਵਿੱਚ ਆ ਜਾਂਦੇ ਨਾ, ਉਦੋਂ ਰੋਲ ਅਦਾ ਨਹੀਂ ਹੁੰਦੇ। ਚਲੋ ਇੱਕ ਚੰਗੀ ਗੱਲ ਆ, ਇਹ ਗਏ ਆ, ਪਰ ਇਸ ਤੋਂ ਪਹਿਲਾਂ ਮਾਨ ਸਾਹਿਬ ਜਾ ਆਏ ਆ, ਔਰ ਉਹਨਾਂ ਨੇ ਕਿਹਾ ਵੀ ਅਸੀਂ 15 ਤੋਂ 19,000 ਰੁਪਏ ਦਾ ਗਿਰਦਾਵਰੀ ਕਰਾ ਕੇ ਇੱਕ ਕੋਨੇ ਦਾ ਜਿਹੜਾ ਆ ਪੈਸਾ, ਜਿਹੜਾ 1 ਇੰਚ ਦਾ ਪੈਸਾ ਆ, ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਇਹਦੇ ਵਿੱਚ ਕੋਈ ਨਹੀਂ ਹੈਗਾ। ਪਰ ਇੱਥੇ ਤੁਹਾਨੂੰ ਮੈਂ ਦੱਸਦਾ ਕਿ ਸੁਖਬੀਰ ਬਾਦਲ ਹੁਣਾਂ ਦਾ ਵਿਰੋਧ ਵੀ ਹੋਇਆ ਬੱਲੂਆਣਾ ਦੇ ਇਲਾਕੇ ਦੇ ਵਿੱਚ। ਪੰਜਾਬ ਦੇ ਸਾਰੇ ਕਿਸਾਨ ਜਿਹੜੇ ਖੜੇ ਸੀਗੇ ਉਹ ਕਹਿੰਦੇ ਵੀ ਤੁਸੀਂ ਉਹੀ ਆ, ਛੋਟਾ ਬਾਦਲ, ਨੰਨੀ ਸ਼ਾਂ, ਤੇ ਤੁਸੀਂ ਆਏ ਸੀ ਨਾ ਸਾਡੇ ਕੋਲੇ, ਕਹਿੰਦੇ ਸੀ ਨਾ ਵੀ ਖੇਤੀ ਕਾਨੂੰਨ ਚੰਗੇ ਆ, ਤੁਸੀਂ ਹੁਣ ਕਿੱਦਾਂ ਆ ਗਏ ਇੱਥੇ, ਤੁਸੀਂ ਕਿੱਦਾਂ ਹੁਣ ਗੱਲ ਕਰਦੇ ਆ। ਤੁਸੀਂ ਉਹ ਗੱਲ ਨਹੀਂ ਕਰਦੇ ਕਿ ਪੰਜਾਬ ਦੀ ਕਮੇਟੀ ਦੇ ਵਿੱਚ ਜਿਹੜੀ MSP ਬਣਾਈ ਇਹਨਾਂ ਨੇ ਉਹ ਪੰਜਾਬ ਦਾ ਬੰਦਾ ਨਹੀਂ, ਉਹ ਗੱਲ ਕਿਉਂ ਨਹੀਂ ਤੁਸੀਂ ਕਰਦੇ। ਸਹੀ ਹੈ, ਤੁਸੀਂ ਜਾ ਕੇ ਤਾਂ BJP ਕੈਂਡੀਡੇਟ ਨੂੰ ਜਿਹੜਾ ਆ ਇੱਕ ਬੰਨੇ ਸਪੋਰਟ ਕਰਦੇ ਹੋ, ਦੂਸਰੇ ਬੰਨੇ ਤੁਸੀਂ ਪੰਜਾਬ ਦੇ ਹਿਤੈਸ਼ੀ ਬਣਦੇ ਹੋ। ਤੁਸੀਂ ਕਿੱਦਾਂ ਦੇ ਪੰਜਾਬ ਦੇ ਤੋਂ ਬੱਲੂਆਣੇ ਵਾਲਿਆਂ ਨੇ ਡਟ ਕੇ ਵਿਰੋਧ ਕੀਤਾ। ਵੈਸੇ ਵੀ ਹੁਣ ਮਾਲਵੇ ਵਾਲਿਆਂ ਦਾ ਜੱਕ ਚੱਕਿਆ ਗਿਆ। ਪਹਿਲਾਂ ਤੁਸੀਂ ਦੇਖ ਲਓ ਬਠਿੰਡੇ ਵਾਲੇ, ਸੰਗਰੂਰ ਵਾਲੇ, ਉਹ ਬਾਈ ਜੀ ਕਰਦੇ ਹੁੰਦੇ ਸੀ ਇਹਨਾਂ ਨੂੰ, ਤੇ ਫਿਰ ਹੁਣ ਉਹ ਜੱਕ ਚੱਕਿਆ ਗਿਆ। ਉਹ ਕਹਿੰਦਾ ਜਿਹੜਾ ਪੰਜਾਬ ਦਾ ਨਹੀਂ ਉਹ ਸਾਡਾ ਨਹੀਂ। ਦੇਖੋ ਇਹਨਾਂ ਨੇ ਆਪ ਮੌਕਾ ਦਿੱਤਾ। ਇਸ ਤਰ੍ਹਾਂ ਦੀ ਜ਼ੁਬਾਨ ਜਦੋਂ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ, ਤੁਸੀਂ ਆਪ ਮੌਕਾ ਦਿੰਦੇ ਹੋ, ਤੁਹਾਡੀ ਕਾਰਗੁਜ਼ਾਰੀ ਦੇਖੀ ਜਾਂਦੀ ਹੈ। ਪਿਛਲੇ 10 ਸਾਲ ਬਹੁਤ ਵੱਡੀ ਗੱਲ ਆ। ਇੱਕ ਵਾਰੀ ਤੁਸੀਂ ਆਏ, ਫਿਰ ਤੁਸੀਂ ਰਿਪੀਟ ਹੁੰਦੇ ਹੋ ਜੀ, ਔਰ 10 ਸਾਲ ਪੂਰੇ, ਮਤਲਬ ਤੁਸੀਂ ਕੀ ਦਾ ਕੀ ਕਰਕੇ ਦਿਖਾ ਸਕਦੇ ਸੀ। ਤੁਸੀਂ ਹਮੇਸ਼ਾ ਵਾਸਤੇ ਪੰਜਾਬ ਦੇ ਵਿੱਚ ਸਥਾਪਿਤ ਹੋ ਸਕਦੇ ਸੀ, ਤੁਸੀਂ ਇੱਥੇ ਤੱਕ ਕਰ ਸਕਦੇ ਸੀ, ਪਰ ਤੁਸੀਂ ਉਸ ਕੰਮ ਨਹੀਂ ਕੀਤੇ ਜੋ ਲੋਕ ਚਾਹੁੰਦੇ ਸੀ, ਜਿਸ ਕਰਕੇ ਤੁਹਾਨੂੰ ਬਿਠਾਇਆ ਗਿਆ ਸੀ ਸੱਤਾ ਦੇ ਵਿੱਚ। ਤੁਸੀਂ ਉਹ ਕੰਮ ਕੀਤੇ ਜੋ ਤੁਹਾਨੂੰ ਨਹੀਂ ਕਰਨਾ ਚਾਹੁੰਦੇ ਸੀ, ਔਰ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਉਹ ਗੱਲ ਬਾਹਰ ਆ ਰਹੀਆਂ ਨੇ, ਪਰਤਾਂ ਖੁੱਲ੍ਹਦੀਆਂ ਪਈਆਂ ਨੇ, ਸੱਚਾਈ ਸਾਹਮਣੇ ਆਉਂਦੀ ਪਈ ਹੈ। ਜੋ ਲੋਕ ਵਿਚਾਰ ਕਰਦੇ ਨੇ, ਜੋ ਏਜੰਸੀਆਂ ਤਹਿਕੀਕਾਤ ਕਰਦੀਆਂ ਪਈਆਂ ਨੇ। ਸੋ ਇਹ ਸਾਰਾ ਕੁਝ ਇਹ ਹੋਇਆ ਕਿ ਤੁਸੀਂ 3 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ ਹੋ,
ਔਰ ਅੱਜ ਤੁਸੀਂ ਫਿਰ ਤੋਂ ਆਪਣਾ ਉਹ ਜਿਹੜਾ ਪੁਰਾਣਾ ਵਕਤ ਹੈ ਲੈ ਕੇ ਆਉਣਾ ਚਾਹੁੰਦੇ ਹੋ। ਲੋਕ ਕਮਲੇ ਨਹੀਂ ਹੈਗੇ, ਕਿਉਂਕਿ ਇੰਨੀ ਛੇਤੀ ਉਹ ਵਕਤ ਨਹੀਂ ਆਏਗਾ, ਇਹ ਅਸੀਂ ਸਾਰੇ ਜਾਣਦੇ ਹਾਂ। ਕਿਉਂਕਿ ਲੋਕੀ ਕਿਹੜਾ ਅੱਜ, ਹੁਣ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਲੋਕਾਂ ਨੇ ਇਹਨਾਂ ਨਾਲ ਉਹ ਕੀਤੀ ਜਿਹੜੇ ਇਹ ਲੋਕਾਂ ਨਾਲ ਕਰਦੇ ਹੁੰਦੇ ਸੀ। ਸਹੀ ਹੈ, ਵੀ ਲੋਕਾਂ ਨੂੰ ਕਹਿੰਦੇ ਸੀ ਅਸੀਂ ਤੁਹਾਡੇ ਆ ਤੇ ਐਂਡ ਤੇ ਜਾ ਕੇ ਫਿਰ ਲੋਕਾਂ ਲਈ ਕੁਝ ਕਰਦੇ ਨਹੀਂ ਸੀਗੇ। ਉਹ ਮੈਂ ਹਰ ਵਾਰੀ ਗੱਲ ਸੁਣਾਉਣਾ ਹੁੰਦਾ ਜਦੋਂ ਕਿਤੇ ਮੈਨੂੰ ਮੌਕਾ ਮਿਲੇ, ਤੇ ਮੈਂ ਬਾਰ-ਬਾਰ ਹੀ ਸੁਣਾਉਣਾ ਰਹਿਣਾ ਵੀ ਹੁਣ ਇਸ ਵਾਰ ਕੈਂਪੇਨ ਦੇ ਉੱਤੇ ਮੈਂ ਵੀ ਜਾਂਦਾ ਰਿਹਾ ਤੇ ਰੈਲੀਆਂ ਹੁੰਦੀਆਂ ਤੇ ਐਡਾ ਇਕੱਠ ਠਾਠਾਂ ਮਾਰਦੇ ਲੋਕ ਆਉਂਦੇ ਹੁੰਦੇ ਸੀ ਸੁਖਬੀਰ ਬਾਦਲ ਹੋਣਾ ਦੇ ਗੜ੍ਹ 'ਚ। ਪਰ ਜਦੋਂ ਰਿਜ਼ਲਟ ਆਇਆ, ਨਾ ਭਾਪਾ ਤੇ ਨਾ ਹੀ ਭਾਪੇ ਦਾ ਮੁੰਡਾ, ਦੋਨੇ ਹਰਾ ਛੱਡੇ। ਲੋਕਾਂ ਨੇ ਉਹ ਕੀਤੀ ਜਿਹੜੇ ਇਹ ਲੋਕਾਂ ਨਾਲ ਕਰਦੇ ਸੀ। ਸਾਰੇ ਹੀ ਜਿਹੜੇ ਹੈਵੀ ਵੇਟ ਸੀ ਸਭ ਗਏ। ਮਜੀਠੀਆ ਸਾਹਿਬ, ਮਤਲਬ ਤੁਸੀਂ ਐਕਸਪੈਕਟ ਨਹੀਂ ਕਰਦੇ ਸੀ ਜਿੰਨਾ ਲੋਕਾਂ ਨੂੰ ਕਿ ਇਹ ਵੀ ਜਾ ਸਕਦੇ ਨੇ, ਉਹ ਵੀ ਗਏ। ਤਾਂ ਹੀ ਤਾਂ ਕਹਿੰਦੇ ਨੇ ਕਿ ਜਦੋਂ ਰੱਬ ਦਾ ਡੰਡਾ ਤੇ ਜਨਤਾ ਦਾ ਡੰਡਾ ਦੋਵੇਂ ਇੱਕੋ ਹੀ ਚੀਜ਼ਾਂ ਹੁੰਦੀਆਂ ਨੇ। ਅੱਛਾ, ਮੈਂ ਪਤਾ ਨਹੀਂ ਇਹ ਸ਼ਾਇਦ ਮੇਰੇ ਅੰਦਰਲੀ ਇੱਕ ਅਖਲਾਕੀ ਗੱਲ ਵਾ ਜਾਂ ਮੈਨੂੰ ਇਹ ਲੱਗਦਾ ਕਿ ਸੱਚੀ ਆ। ਇਹ ਜਿਹੜਾ ਇਲਾਕਾ ਸੀਗਾ ਜਿੱਥੋਂ ਭਰਿਆ ਸੀਗਾ ਨੋਮੀਨੀ, ਜਿਹੜਾ ਜਲੰਧਰ ਈਸਟ, ਮਾਫ ਕਰਨਾ ਅੰਮ੍ਰਿਤਸਰ ਈਸਟ ਤੋਂ ਭਰਿਆ ਸੀਗਾ ਜੀ ਜੀ। ਤੇ ਉੱਥੇ ਦੇਖ ਲਓ ਵੀ ਆਪਾਂ ਗੱਲ ਕਹਿੰਦੇ ਆ ਵੀ ਉੱਥੇ ਇਹਨਾਂ ਨੇ ਦੇਖੋ ਕਿੱਦਾਂ ਇੱਕ ਦੂਸਰੇ ਨੂੰ ਹਿੱਕਾਂ ਤਾਣ ਕੇ ਨਾ ਚੈਲੰਜ ਕਰਦੇ ਸੀਗੇ, ਚਾਹੇ ਉਹ ਆਪਣੇ ਸਿੱਧੂ ਸਾਹਿਬ ਹੋਣ ਜਾਂ ਫਿਰ ਇੱਧਰੋਂ ਸੋ ਕਾਲਡ ਮਜੀਠੀਆ ਸਾਹਿਬ। ਮੈਂ ਸੋ ਕਾਲਡ ਇਸ ਲਈ ਕਹਿ ਰਿਹਾ ਕਿਉਂਕਿ ਯਾਰ ਉਹ ਚੀਜ਼ਾਂ ਰਹੀਆਂ ਨਹੀਂ ਸੰਦੀਪ ਜੀ, ਉਹ ਸਾਰਾ ਕੁਝ ਨਾ ਬਦਲ ਹੀ ਗਿਆ। ਕਿਉਂਕਿ ਅਸੀਂ ਉਹਨਾਂ ਨੂੰ ਬੜੇ ਇਨਸਾਨ ਚੰਗੇ ਸਮਝਦੇ ਸੀ ਵੀ ਉਹ ਚਲੋ ਹਟ ਪਰਾਂ ਹੋ ਐ ਹੋ ਆਹੋ, ਮਤਲਬ ਤੂੰ ਜਿਹੜਾ ਤੁਹਾਡਾ ਨਾ ਇਹ ਤੁਹਾਨੂੰ ਲੈ ਰਵੱਈਆ ਬਹੁਤ, ਤੇ ਮੈਂ ਤੁਹਾਨੂੰ ਲੈ ਪੈਂਦਾ। ਇਹ ਬਹੁਤ ਗਲਤ ਗੱਲ ਆ। ਉਸ ਸਮੇਂ ਦੇਖੋ ਵੀ ਮੈਂ ਸੋਚਦਾ ਹੁੰਦਾ ਕਿ ਪਰਮਾਤਮਾ ਇੱਜ਼ਤਾਂ ਬਚਾਉਂਦਾ ਆ। ਉਹਨਾਂ ਦੋਹਾਂ ਚੋਂ ਕੋਈ ਵੀ ਨਹੀਂ ਜਿੱਤਣ ਦਿੱਤਾ, ਉਹਨੇ ਤੀਸਰਾ ਜਿਤਾ ਦਿੱਤਾ। ਜੇ ਇਹਨਾਂ ਦੋਨਾਂ ਚੋਂ ਕੋਈ ਇੱਕ ਜਿੱਤ ਜਾਂਦਾ ਤੇ ਇੱਕ ਦੂਸਰੇ ਦੇ ਲਈ ਪੋਲੀਟੀਕਲ ਆਪਾਂ ਕਹਿ ਲਈਏ ਨਾ ਮਰਡਰ ਹੁੰਦਾ, ਜਿਹੜਾ ਪੋਲੀਟੀਕਲ ਪੋਲੀਟੀਕਲ ਸੁਸਾਈਡ ਜਿਹੜਾ ਆ ਉਹ ਹੋ ਜਾਣਾ ਸੀਗਾ। ਕਿਉਂਕਿ ਪੋਲੀਟੀਕਲੀ ਕਿਸੇ ਦਾ ਕਰੀਅਰ ਹੀ ਡੁੱਬ ਜਾਣਾ ਸੀ ਜੇ ਉਹ ਇਸ ਤਰੀਕੇ ਦੇ ਨਾਲ ਹੁੰਦਾ। ਚਾਹੇ ਉਹ ਮਜੀਠੀਆ ਜਿੱਤ ਜਾਂਦਾ ਜਾਂ ਫਿਰ ਸਿੱਧੂ ਸਾਹਿਬ ਹਾਰਦੇ, ਜਾਂ ਸਿੱਧੂ ਸਾਹਿਬ ਜਿੱਤ ਜਾਂਦੇ ਤੇ ਮਜੀਠੀਆ ਹਾਰਦਾ। ਉਹ ਇੱਕ ਨਾ ਕਿ ਵਿਚਲੀ ਲਾਈਨ, ਉਹ ਪਰਮਾਤਮਾ ਸਭ ਦੀਆਂ ਇੱਜ਼ਤਾਂ ਰੱਖਦਾ। ਇੱਕ ਦੂਸਰੇ ਨੂੰ ਜਿੰਨਾ ਇਹ ਚੈਲੰਜ ਕਰਦੇ ਸੀ, ਉਹਨੇ ਕਿਹਾ ਵੀ ਨਹੀਂ ਤੁਸੀਂ ਦੋਹੇ ਇੱਕ ਹਿਸਾਬ ਨਾਲ ਬੈਠੋ, ਤੀਸਰਾ ਬੰਦਾ ਜਿੱਤੂਗਾ। ਤੇ ਮੈਨੂੰ ਕਦੀ ਫੀਲ ਹੁੰਦਾ, ਹਾਲਾਂਕਿ ਮੈਂ ਜਰਨਲਿਸਟ ਹਾਂ, ਮੈਨੂੰ ਲੱਗਦਾ ਕਿ ਗੱਲ ਮੈਨੂੰ ਕਰਨੀ ਨਹੀਂ ਚਾਹੀਦੀ, ਪਰ ਚਲੋ ਮੈਨੂੰ ਲੱਗਦਾ ਹੈ ਕਿ ਇੱਦਾਂ ਹੈ ਕਿ ਇਹ ਕੁਝ ਕੁਦਰਤ ਵੱਲੋਂ ਹੀ ਹੋਇਆ, ਕੁਦਰਤ ਵੱਲੋਂ ਕਿ ਕੁਝ ਬੈਲੈਂਸ ਜਿਹੜੀ ਆ ਨੇਚਰ ਦਾ ਤਰੀਕਾ ਹੁੰਦਾ ਨਾ ਕਿ ਬੈਲੈਂਸ ਹੀ ਕਰਨਾ ਆ, ਤੇ ਉਹਨੇ ਬੈਲੈਂਸ ਕੀਤਾ। ਚਲੋ ਹੋ ਸਕਦਾ ਦੋਵਾਂ ਨੇ ਬੈਲੈਂਸ ਕੀਤਾ ਹੋਵੇ। ਨਾਲੇ ਦੂਜੀ ਗੱਲ ਇਹ ਹੈ ਨਾ ਕਿ ਦੋਵਾਂ ਨੇ ਜਦੋਂ ਜਾਣਾ ਹੀ ਜੇਲ੍ਹ ਸੀਗਾ, ਇਹ ਵੀ ਕੁਦਰਤ ਨੇ ਦੇਖਿਆ। ਤੁਸੀਂ ਕੁਦਰਤ ਦੀ ਗੱਲ ਕਰਦੇ, ਤੁਹਾਡੀ ਜਗ੍ਹਾ ਕਿਤੇ ਹੋਰ ਆ। ਹਾਂ, ਤੁਹਾਡੀ ਜਗ੍ਹਾ ਉੱਥੇ ਹੈ। ਉਹਨਾਂ ਨੇ 1 ਸਾਲ ਵਾਸਤੇ ਜੇਲ੍ਹ ਕੱਟਣੀ ਹੈ ਔਰ ਉਹਨਾਂ ਦੀ ਹਜੇ ਕੁਝ ਵੀ ਨਿਸ਼ਚਿਤ ਨਹੀਂ ਕਿ ਕੀ ਹੋਣਾ। ਅੱਜ ਤੁਹਾਡੇ ਦੋਸਤ ਵੈਸੇ ਬਾਹਰ ਆ ਰੱਖੇ ਦੰਦਾਂ ਦੀ, ਕਹਿੰਦੇ ਜਾਂਚ ਕਰਾਉਣ। ਕਿਹੜੇ ਮੇਰੇ ਦੋਸਤ? ਸਿੱਧੂ ਸਾਹਿਬ। ਅੱਛਾ, ਮੈਂ ਦੱਸਦਾ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲੇ, ਸਿੱਧੂ ਸਾਹਿਬ ਦੀਆਂ ਬਹੁਤ ਗੱਲਾਂ ਕਰਦੇ, ਇਹਨਾਂ ਨੂੰ ਹਰ ਸਟੇਟਮੈਂਟ ਪਤਾ ਹੁੰਦੀ ਆ। ਅੱਛਾ ਜੀ, ਪਰ ਦੋਸਤ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ। ਦੋਸਤ ਤਾਂ ਮੇਰਾ ਇੱਕੋ ਹੀ ਹੈ, ਜਤਿੰਦਰ ਖੈਰਾ। ਖੈਰ, ਆਪਾਂ ਅੱਗੇ ਵਧਦੇ ਆ। ਅਸੀਂ ਇਹ ਕਹਾਂਗੇ ਕਿ ਜੋ ਵੀ ਹੋਵੇ ਸਿਹਤ ਸਭ ਦੀ ਠੀਕ ਰਵੇ ਔਰ ਆਪਣਾ ਬਾਕੀ ਜੋ ਲਾਅ ਨੇ ਆਪਣਾ ਕੰਮ ਕਰਨਾ, ਉਹ ਤਾਂ ਲਾਅ ਨੇ ਆਪਣਾ ਕੰਮ ਕਰਨਾ ਹੀ ਹੈ। ਸੋ ਜਤਿੰਦਰ ਜੀ, ਆਪਾਂ ਇਹ ਤਾਂ ਜ਼ਰੂਰ ਕਹਾਂਗੇ ਕਿ ਕਿਸਾਨਾਂ ਨੂੰ ਵਾਕਈ ਮੁਆਵਜ਼ਾ ਮਿਲਣਾ ਚਾਹੀਦਾ ਜਿੱਥੇ ਜੋ ਵੀ ਨੁਕਸਾਨ ਹੋਇਆ, ਕਿਉਂਕਿ ਕਿਸਾਨੀ ਨੂੰ ਉੱਤੇ ਚੁੱਕਣਾ, ਕਿਸਾਨਾਂ ਦੀ ਹਾਲਤ ਨੂੰ ਸੁਧਾਰਨਾ, ਇਹ ਮਾਨ ਸਰਕਾਰ ਦਾ ਫਸਟ ਗੋਲ ਹੋਣਾ ਚਾਹੀਦਾ, ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਵਿਕਾਸ ਕਰੇ ਤੇ ਜਿਹਦੇ ਨਾਲ ਅਰਥਚਾਰਾ ਵੀ ਵਿਕਾਸ ਕਰੇ। ਸੋ ਅੱਗੇ ਆਪਾਂ ਵਧੀਏ। ਕਾਂਗਰਸ ਨੇਤਾ ਅਧੀਰ ਰੰਜਨ ਜੀ, ਫਿਰ ਉਹੀ ਗੱਲ ਹੋ ਰਹੀ ਹੈ ਕਿ ਜੋ ਉਹਨਾਂ ਨੇ ਗਲਤੀ ਨਾਲ ਕਹਿ ਦਿੱਤਾ ਸੀ ਰਾਸ਼ਟਰਪਤੀ ਦੀ ਜਗ੍ਹਾ ਦੇ ਉੱਤੇ ਦੂਸਰੇ ਸ਼ਬਦ ਦਾ ਇਸਤੇਮਾਲ ਕਰ ਦਿੱਤਾ। ਔਰ ਉਹਨਾਂ ਨੇ ਵੀ ਹੁਣ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ ਸ਼੍ਰੀਮਤੀ ਇਰਾਨੀ ਨੇ ਵੀ ਰਾਸ਼ਟਰਪਤੀ ਕਿਹਾ, ਮਾਣਯੋਗ ਰਾਸ਼ਟਰਪਤੀ ਕਿਉਂ ਨਹੀਂ ਕਿਹਾ, ਦੇਖੋ ਮੈਡਮ ਕਿਉਂ ਨਹੀਂ? ਮੈਂ ਨਾ ਇੱਕ ਗੱਲ ਦੱਸਦਾ ਹੁੰਦਾ ਵੀ ਦੇਖੋ, ਇਹ ਛੋਟੀਆਂ ਗਲਤੀਆਂ, ਤੁਸੀਂ ਉਸ ਪਾਕ ਪਲੇਸ ਦੇ ਉੱਤੇ ਬੈਠੇ ਆ, ਉਸ ਪਾਕ ਜਗ੍ਹਾ ਦੇ ਉੱਤੇ ਬੈਠੇ ਆ ਜਿੱਥੇ ਤੁਸੀਂ ਕਹਿੰਦੇ ਹੋ ਕਿ ਜਦੋਂ ਤੁਸੀਂ ਸਿਲੈਕਟ ਹੋ ਕੇ ਆਉਂਦੇ ਤੁਸੀਂ ਮੱਥਾ ਟੇਕ ਕੇ ਜਾਂਦੇ ਆ, ਫਿਰ ਤੁਸੀਂ ਉੱਥੇ ਅੰਦਰ ਜਾ ਕੇ ਉਹ ਮੱਥਾ ਟੇਕਣ ਵਾਲੀ ਗੱਲ ਕੋਈ ਕਰਦੇ ਹੀ ਨਹੀਂ। ਇਹ ਵੀ ਮਾੜੀਆਂ ਗੱਲਾਂ ਆ। ਇੱਕ ਕਹਿੰਦੇ ਹੁੰਦੇ ਨਾ ਵੀ ਚੰਗਿਆੜੀ ਨੂੰ ਅੱਗ ਬਣਾ ਦੇਣਾ ਤੇ ਉਹਨੂੰ ਭਾਂਬੜ ਮਚਾ ਦੇਣਾ ਉਹਦਾ, ਉਹ ਗੱਲ ਕੀਤੀ ਆ ਇਰਾਨੀ ਹੁਣਾਂ ਨੇ। ਤੁਸੀਂ ਦੇਖੋ ਕਿੰਨੀ ਐਕਟਿੰਗ ਸੋਹਣੀ ਕਰਦੀ ਹੈ ਉਹ, ਕਿੰਨੀ ਐਕਸਪ੍ਰੈਸ਼ਨ ਆ, ਕਿੰਨਾ। ਆਪਾਂ ਉਦੋਂ ਵੀ ਗੱਲ ਕੀਤਾ ਵੀ ਕਿੰਨਾ ਰਸ ਆ। ਉਹ ਇੱਦਾਂ ਲੱਗਦਾ ਕਿ ਬਸ ਇਹ ਸਾਰਾ ਦੁੱਖ ਤੇ ਸ਼੍ਰੀਮਤੀ ਇਰਾਨੀ ਨੂੰ ਆ, ਹੋਰ ਕਿਸੇ ਨੂੰ ਹੈ ਹੀ ਨਹੀਂ। ਵੀ ਜੋ ਕਹਿ ਦਿੱਤਾ, ਮਾਫੀ ਮੰਗੋ, ਜਨਤਾ ਸੇ ਮਾਫੀ ਮੰਗੋ, ਫਲਾਨੇ ਸਮੁਦਾਇ ਸੇ ਮਾਫੀ ਮੰਗੋ। ਕਿਹੜੀ ਗੱਲ ਦੀ ਮਾਫੀ? ਸਲਿਪ ਆਫ ਟੰਗ ਕਿਹਦਾ ਨਹੀਂ ਹੁੰਦਾ? ਅਸੀਂ ਆਮ ਲੋਕ ਆ ਇੱਥੇ। ਮੈਂ ਬੀਇੰਗ ਅ ਜਰਨਲਿਸਟ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ, ਮੈਂ ਵੱਡੇ ਚੈਨਲਸ ਵੀ ਕੰਮ ਕੀਤਾ, ਉਦੋਂ ਮਤਲਬ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਸਲਿਪ ਆਫ ਟੰਗ ਹੁੰਦਾ ਹੈ ਤਾਂ ਸੌਰੀ ਕਹਿ ਕੇ ਤੁਸੀਂ ਅੱਗੇ ਵੱਧ ਜਾਓ। ਕਿਹੜੀ ਗੱਲ ਆ?
ਸੰਜੀਵ ਜੀ ਅਸੀਂ ਕੋਈ ਘਰੋਂ ਸਿੱਖ ਕੇ ਨਹੀਂ ਆਉਂਦਾ ਹੈਗਾ। ਕਈ ਵਾਰੀ ਹੁਣ ਅਸੀਂ ਸਟੇਟ ਆਫ ਦੀ ਮਾਈਂਡ ਨਹੀਂ ਹੁੰਦੇ, ਘਰੇ ਕੋਈ ਪ੍ਰੋਬਲਮ ਹੁੰਦੀ ਕਿ ਦਿਮਾਗ ਦੇ ਪਿੱਛੇ ਉਹ ਚੱਲਦੀ ਹੁੰਦੀ ਆ। ਪਰ ਇਹਦਾ ਮਤਲਬ ਨਹੀਂ ਹਰ ਕਿਸੇ ਦਾ ਆਪਣਾ ਡਿਫਰੈਂਟ ਪ੍ਰੋਫੈਸ਼ਨ ਆ, ਡਾਕਟਰ ਦਾ ਆਪਣਾ ਪ੍ਰੋਫੈਸ਼ਨ ਆ, ਸਾਡਾ ਆਪਣਾ ਪ੍ਰੋਫੈਸ਼ਨ ਆ। ਅਸੀਂ ਟੀਵੀ ਦੇ ਮੂਹਰੇ ਆ, 24 ਘੰਟੇ ਟੀਵੀ ਦੇ ਮੂਹਰੇ ਆ, ਸਰਵੇਲੈਂਸ ਦੇ ਮੂਹਰੇ ਆ। ਪਰ ਜੇ ਗਲਤੀ ਹੁੰਦੀ ਆ ਤਾਂ ਹਿਊਮਨ ਨੇਚਰ ਆ, ਹੋ ਸਕਦੀ ਆ। ਇੱਦਾਂ ਹੀ ਸੇਮ ਰੰਜਨ ਸਾਹਿਬ ਨੇ ਉਸੇ ਟਾਈਮ ਕਹਿ ਦਿੱਤਾ ਕਿ ਮੇਰਾ ਇੱਕ ਡਿਕਸ਼ਨ ਦਾ ਪ੍ਰੋਬਲਮ ਆ, ਮੇਰੀ ਇੱਕ ਟੋਨ ਦਾ ਪ੍ਰੋਬਲਮ ਆ, ਮੈਂ ਹਿੰਦੀ ਦੀ ਪ੍ਰੋਬਲਮ ਹਾਂ, ਮੈਂ ਇੱਕ ਵੱਖਰੇ ਰੀਜਨ ਤੋਂ ਆਉਣਾ ਆ ਜਿੱਥੇ ਮੇਰੀ ਹਿੰਦੀ ਦੀ ਪ੍ਰੋਬਲਮ ਆ। ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ? ਗੱਲ ਇਹ ਹੈ ਨਾ ਕਿ ਮਸਲਾ ਰੋਜ਼ਗਾਰ ਦਾ ਹੈਗਾ, ਇੰਪਲੋਇਮੈਂਟ ਦਾ ਮਸਲਾ, ਟਰਾਂਸਪੋਰਟ ਦਾ ਹੈਗਾ ਮਸਲਾ, ਐਜੂਕੇਸ਼ਨ ਦਾ ਹੈਗਾ ਮਸਲਾ, ਬ੍ਰੇਨ ਡਰੇਨ ਦਾ ਹੈਗਾ ਮਸਲਾ। ਪੰਜਾਬ ਦੇ ਵਿੱਚ, ਗੁਜਰਾਤ ਦੇ ਵਿੱਚ ਉਹ ਐਡੀਆਂ ਬਰਾਮਦੀਆਂ ਨਸ਼ਿਆਂ ਦੀਆਂ ਹੋਣੀਆਂ, ਉਹ ਨਹੀਂ ਗੱਲਾਂ ਅਸੀਂ ਕਰਨੀਆਂ। ਅਸੀਂ ਗੱਲ ਕਰਨੀ ਆ ਫਲਾਨੀ ਮਸਜਿਦ ਦਾ ਜਿਹੜਾ ਆ ਉਹ ਇੰਨੇ ਸਾਲ ਪਹਿਲਾਂ ਬਣੀ ਸੀ, ਉੱਥੇ ਸ਼ਿਵਲਿੰਗ ਹੋਣਾ, ਤੇ ਉਹਨੂੰ ਪਹਿਲਾਂ ਅਸੀਂ ਖੁਦਾਈ ਕਰਾ ਲਈਏ। ਦੇਖੋ ਜਿਹੜੇ ਅਸਲੀ ਮਸਲੇ ਨੇ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਹੁੰਦੀ ਪਈ, ਔਰ ਉਧਰੋਂ ਡਾਈਵਰਟ ਕਿਵੇਂ ਕਰਨਾ ਹੈ। ਇਹ ਡਾਈਵਰਜਨ, ਬਾਕੀ ਤੁਸੀਂ ਸੋਹਣੀ ਗੱਲ ਕਹੀ ਹੈ, ਡਾਈਵਰਜਨ ਪੋਲਿਟਿਕਸ ਹੈ। ਡਾਈਵਰਜਨ ਪੋਲਿਟਿਕਸ ਇਹ ਪੋਲਿਟਿਕਸ ਉਦੋਂ ਇਦਾਂ ਦੀ ਪੋਲਿਟਿਕਸ ਪਿਛਲੇ ਕਈ ਸਾਲਾਂ ਤੋਂ ਭਾਰਤ ਵਰਗੇ ਮੁਲਕ 'ਚ ਦੇਖਣ ਨੂੰ ਮਿਲਦੀ, ਜਿੱਥੇ ਲੋਕਾਂ ਨੂੰ ਨਾ ਤੁਹਾਨੂੰ ਯਾਦ ਹੋਊਗਾ ਕਿ ਪਿੱਛੇ ਇਲੈਕਸ਼ਨ ਹੋਈਆਂ ਤੇ ਇਲੈਕਸ਼ਨ ਦੇ ਕੋਲ ਪੁਲਵਾਮਾ ਹੋ ਜਾਂਦਾ। ਹਾਂਜੀ। ਤੇ ਬਹੁਤ ਸਾਰੇ ਇੰਟਰਨੈਸ਼ਨਲ ਐਕਸਪਰਟ ਇਹ ਕਹਿੰਦੇ ਆ ਕਿ ਪੁਲਵਾਮਾ ਹੋਇਆ ਹੀ ਇਸ ਕਰਕੇ ਸੀ ਕਿਉਂਕਿ ਡਿਵਰਜਨ ਪੋਲਿਟਿਕਸ ਜਿਹੜੀ ਸੀ ਹੋਣੀ ਸੀਗੀ, ਲੋਕਾਂ ਦਾ ਧਿਆਨ ਭਟਕਾਊ ਪੋਲਿਟਿਕਸ ਹੋਣੀ ਸੀਗੀ, ਇਸ ਕਰਕੇ। ਹੁਣ ਬੜੇ ਸਾਰੇ ਕੇਸ ਆ, ਦੇਖੋ ਪੰਜਾਬ ਇਹਦੇ ਵਿੱਚ ਹੁਣ ਨਸ਼ਿਆਂ ਦਾ ਥੜ ਵਾ। ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਕਿ ਅੱਜ ਕੱਲ੍ਹ ਨਵੇਂ ਜੰਮ ਤੋਂ ਜਗ੍ਹਾ ਆ ਰਹੀ ਆ। ਪੰਜਾਬ ਦੀਆਂ BSF ਦਾ ਦਾਇਰਾ ਵਧਾਤਾ ਵੀ ਲੋਕਾਂ ਦਾ ਧਿਆਨ BSF ਵੱਲ ਚਲ ਜਾਵੇ, ਨਸ਼ਿਆਂ ਵੱਲ ਜਾਵੇ ਨਾ। ਗੱਲ ਇਹ ਹੈ ਨਾ ਕਿ ਇਹੀ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੀਆਂ ਪੈਣੀਆਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਲੀਡਰਸ ਨੇ ਕੀਤੀਆਂ ਡਾਈਵਰਜਨ ਪੋਲਿਟਿਕਸ ਦੇ ਨਾਲ, ਉਹ ਅੱਜ ਅਸੀਂ ਭੁਗਤਦੇ ਪਏ ਹਾਂ। ਅੱਜ ਉਹ ਮਾਮਲੇ ਇੰਨੇ ਸੈਂਸਿਟਿਵ ਹੋ ਚੁੱਕੇ ਨੇ, ਜਿਹੜਾ ਨਿੱਕਾ ਜਿਹਾ ਫੋੜਾ ਸੀ ਉਹ ਕੈਂਸਰ ਬਣ ਚੁੱਕਾ ਹੈ, ਉਹਦਾ ਇਲਾਜ ਨਹੀਂ ਹੈ ਹੁਣ, ਲਾ ਇਲਾਜ ਬਣ ਚੁੱਕੇ ਨੇ। ਇੱਦਾਂ ਦੇ ਕਈ ਸੈਂਸਿਟਿਵ ਇਸ਼ੂ ਹੋ ਚੁੱਕੇ ਨੇ, ਔਰ ਉਹੀ ਗਲਤੀਆਂ ਅੱਜ ਵੀ ਦੁਹਰਾ ਰਹੇ ਨੇ, ਕਿਉਂਕਿ ਇਹਨਾਂ ਦੀ ਦੁਕਾਨ ਹੀ ਇੱਦਾਂ ਚੱਲਦੀ ਆ। ਇਹਨਾਂ ਮਸਲਿਆਂ ਨੂੰ ਹੋਰ ਕੰਪਲਿਕੇਟਿਡ ਕਰਕੇ, ਇਹਨਾਂ ਦੇ ਮਸਲਿਆਂ ਨੂੰ ਹੋਰ ਪਖਾ ਕੇ ਇਹਨਾਂ ਦੀ ਦੁਕਾਨ ਚੱਲਦੀ ਹੈ ਸਿਆਸਤ ਦੀ, ਕਿਉਂਕਿ ਹੋਰ ਕੁਆਲਿਟੀ ਵਰਕ ਕਿੱਥੇ ਦਿਖਦਾ ਪਿਆ? ਹਮੇਸ਼ਾ ਹਰ ਥਾਂ ਦੇ ਉੱਤੇ ਝਗੜੇ। ਸਾਡੀ ਹੈਡਲਾਈਨਸ ਕੀ ਹੋਣਗੀਆਂ? ਝਗੜਿਆਂ ਦੀਆਂ ਹੈਡਲਾਈਨਸ। ਕਿਤੇ ਵਿਕਾਸ ਦੀ ਕੋਈ ਹੈਡਲਾਈਨ ਹੀ ਨਹੀਂ। ਕਿਸੇ ਨਿਊਜ਼ਪੇਪਰ 'ਚ ਦੇਖ ਲਓ, ਜਾਂ ਕਿਤੇ ਅਸੀਂ ਜਿੱਦਾਂ ਤੁਸੀਂ ਚੈਨਲਸ ਦੀ ਗੱਲ ਕਰਦੇ ਹੋ, ਅਸੀਂ ਕਿਸੇ ਚੈਨਲਸ ਦੀ ਗੱਲ ਕਰ ਲਈ, ਜਿਹੜੇ ਵੱਡੇ ਵੱਡੇ ਚੈਨਲਸ ਦੀ ਤੁਸੀਂ ਗੱਲ ਕਰ ਰਹੇ ਹੋ, ਵੱਡੇ ਵੱਡੇ ਚੈਨਲਸ ਦੇ ਮੋਸਟਲੀ ਨਿਊਜ਼ ਹੈਡਲਾਈਨਸ ਕੀ ਹੋਣਗੀਆਂ? ਜਿਹੜੀਆਂ ਬੰਦੇ ਦਾ BP ਵਧਾ ਦਿੰਦੀਆਂ ਨੇ, ਇੰਨੀਆਂ ਗਰਮ, ਔਰ ਜਿਵੇਂ ਕਿਤੇ ਕੋਈ ਵਿਕਾਸ ਦੀ ਗੱਲ ਨਹੀਂ ਹੋ ਰਹੀ। ਕਿਤੇ ਇਹ ਗੱਲ ਨਹੀਂ ਹੋ ਰਹੀ ਕਿ ਕਿਤੇ ਖੂਨਦਾਨ ਦਾ ਕੈਂਪ ਵੀ ਲੱਗਿਆ, ਕਿਸੇ ਕਿਸਾਨ ਨੇ ਜਾਂ ਕਿਸੇ ਸਟੂਡੈਂਟ ਨੇ ਕੋਈ ਨਵੀਂ ਕਾਢ ਕੱਢੀ ਹੈ, ਛੋਟੇ ਜਿਹੇ ਲਿਮਟਿਡ ਜਿਹੇ ਸੋਰਸਿਸ ਤੋਂ ਟਰੈਕਟਰ ਬਣਾ ਕੇ ਦਿਖਾਇਆ। ਕੋਈ ਇੱਦਾਂ ਦੀ ਨਿਊਜ਼ ਨਹੀਂ ਹੋਏਗੀ। ਫਲਾਣੀ ਥਾਂ ਤੇ ਉਹ ਹੋ ਗਿਆ, ਫਲਾਣੀ ਥਾਂ ਤੇ ਅੱਗ ਲੱਗ ਗਈ, ਫਲਾਣੀ ਥਾਂ ਤੇ ਬੰਬ ਚੱਲ ਗਿਆ। ਮਤਲਬ ਸਵੇਰੇ ਸਵੇਰੇ ਬ੍ਰੇਕਫਾਸਟ ਵੇਲੇ ਬੰਦਿਆਂ ਦਾ BP ਵੱਧ ਜਾਂਦਾ। ਇੱਕ ਤੇ ਵੀ ਗੱਲ ਆ ਕਿ ਨਿਊਜ਼ ਦਾ ਮਤਲਬ ਹੀ ਅੱਜ ਕੱਲ੍ਹ ਇਹ ਹੋਗਾ ਕਿ ਤੁਸੀਂ ਨੈਗੇਟਿਵ ਸੈਂਸ ਦੇ ਵਿੱਚ ਕਰੋ, ਸੈਂਸੇਸ਼ਨ ਕਰੋਗੇ ਤੇ ਉਹ ਨਿਊਜ਼ ਆ। ਅਦਰਵਾਈਜ਼ ਨਿਊਜ਼ ਨਹੀਂ। ਬੋਲਣ ਦਾ ਸਟਾਈਲ ਵੀ ਹੁੰਦਾ ਹੈ ਕਿ ਧਮਾਕੇਦਾਰ ਖਬਰ ਲੈ ਕੇ ਆ ਰਹੇ, ਮਤਲਬ ਬਹੁਤ ਉੱਚਾ ਜਿਹਾ ਚੱਕ ਕੇ ਆਪਣੇ ਆਪ ਨੂੰ। ਹੁਣ ਪਤਾ ਇਹ ਇੱਕ ਤਰੀਕਾ, ਚਲੋ ਇਹ ਤਾਂ ਟਾਈਮ ਟੂ ਟਾਈਮ ਹੈ ਕਿ ਤਰੀਕੇ ਬਦਲਦੇ ਜਾਂਦੇ ਨੇ ਨਿਊਜ਼ ਦੇਣ ਦੇ। ਪਰ ਮੈਂ ਨਾ ਕੱਲ੍ਹ ਪਰਸੋਂ ਨਿਊਜ਼ ਪੜ੍ਹੀ ਸੀ ਕਿ ਬਠਿੰਡੇ ਦਾ ਸਪੋਰਟਸਮੈਨ ਜੂਨੀਅਰ ਦੇ ਵਿੱਚ ਖੇਡਦਾ ਸੀਗਾ, ਸ਼ਾਇਦ ਉਹ ਵੇਟ ਲਿਫਟਰ ਸੀਗਾ, ਨਹੀਂ ਇਹ ਸੀਗਾ ਉਹ ਮੁੱਕੇਬਾਜ਼ ਸੀਗਾ, ਰੈਸਲਰ ਸੀਗਾ ਸ਼ਾਇਦ ਬਠਿੰਡੇ ਦਾ, ਮੈਨੂੰ ਐਗਜ਼ੈਕਟ ਨਹੀਂ ਪਤਾ। ਪਰ ਜੂਨੀਅਰ ਦੇ ਵਿੱਚ ਉਹ 3 ਵਾਰ ਉਹ ਮੈਚ ਜਿੱਤ ਚੁੱਕਿਆ ਸੀਗਾ। ਉਹ ਨਸ਼ੇ ਦੀ ਓਵਰਡੋਜ਼ ਕਰਕੇ ਮਰ ਗਿਆ। ਓ ਗॉड। ਜੂਨੀਅਰ ਹੋਵੇ, ਕਾਲਜ ਪੜ੍ਹਦਾ ਹੋਵੇ, ਸਪੋਰਟਸ ਦੇ ਵਿੱਚ ਇੰਨਾ ਚੰਗਾ ਹੋਵੇ ਤੇ ਨਸ਼ੇ ਦੀ ਓਵਰਡੋਜ਼ ਨਾ ਮਰ ਜਾਵੇ। ਇਹ ਮੁੱਦਾ ਹੈ, ਇਹ ਮੁੱਦਾ ਆ ਪੰਜਾਬ ਦਾ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੀਡਰ ਨੇ ਹਾਲੇ ਤੱਕ, ਨਾ ਉਹ ਸੋ ਕਾਲਡ ਆਮ ਆਦਮੀ ਪਾਰਟੀ ਦੇ ਲੀਡਰ ਨੇ ਹਾਲੇ ਤੱਕ ਗੱਲ ਕੀਤੀ ਆ, ਨਾ ਹੀ ਕਿਤੇ ਉਹ ਅਕਾਲੀ ਦਲ ਦੇ ਲੀਡਰ ਨੇ ਗੱਲ ਕੀਤੀ ਆ। ਨਹੀਂ ਤੇ ਇਸ ਮੁੱਦੇ ਨੂੰ ਚੰਗਿਆਰੀ ਤੋਂ ਅੱਗ ਬਣਾਉਣਾ ਸੀਗਾ। ਇਹ ਸਾਡੇ ਕੋਲੇ ਸੀਗਾ। ਬਠਿੰਡਾ ਕਿਉਂ ਰੁੜੇ? ਕਿਉਂ ਬਠਿੰਡੇ ਦਾ ਕੋਈ ਇੱਕ ਮੁੰਡਾ? ਇਹਦਾ ਮਤਲਬ ਕਿ ਸਾਡੇ ਕੋਲੇ ਹੁਣ ਮੌਕਾ। ਦੇਖੋ ਆਪਾਂ ਨਾ ਕਈ ਵਾਰੀ ਜਦੋਂ ਪੋਲਿਟਿਕਸ ਦੇ ਵਿੱਚ ਹੁੰਦੇ ਆ ਜਾਂ ਕਿਸੇ ਨਿਊਜ਼ ਦੇ ਵਿੱਚ ਹੁੰਦੇ ਆ, ਤਾਂ ਸਾਡੇ ਕੋਲੇ ਇੱਕ ਚੀਜ਼ ਸਾਨੂੰ ਚਾਹੀਦੀ ਹੁੰਦੀ ਜਦੋਂ ਅਸੀਂ ਗੱਲ ਕਰਨੀ ਹੋਵੇ। ਹੁਣ ਇਹ ਮੌਕਾ ਸੀ ਸਾਡੇ ਕੋਲ ਗੱਲ ਕਰਨ ਦਾ ਵੀ ਕਿਉਂ ਪੰਜਾਬ ਦਾ ਕਿਉਂ। ਸਹੀ ਗੱਲ ਹੈ ਨਾ। ਮੈਂ ਕਈ ਵਾਰ ਕਈ ਸੀਨੀਅਰ ਜਰਨਲਿਸਟ ਆਪਾਂ ਨੂੰ ਮਿਲਦੇ ਨੇ ਜਿਹੜੇ, ਉਹਨਾਂ ਨੂੰ ਮੈਂ ਪੁੱਛਦਾ ਹੁੰਦਾ ਕਈ ਵਾਰ ਕਿ ਇਹ ਫਿਜ਼ੂਲ ਦੀਆਂ ਗੱਲਾਂ ਕਈ ਵਾਰ ਮੈਂ ਸੁਣਦਾ, ਵੱਡੇ ਵੱਡੇ ਜਰਨਲਿਸਟ ਵੀ ਫਿਜ਼ੂਲ ਦੀਆਂ ਗੱਲਾਂ ਕਰਦੇ ਨੇ, ਮੈਂ ਸੁਣਦਾ ਉਹ ਕਿਉਂ ਕਰਦੇ ਨੇ? ਕਹਿੰਦੇ ਦਿਸ ਇਜ਼ ਨੋਜ਼ ਫॉर ਨਿਊਜ਼। ਨੋਜ਼ ਫॉर ਨਿਊਜ਼ ਮਤਲਬ ਨਿਊਜ਼ ਦਾ ਨੱਕ ਹੈ ਇਹ। ਨੱਕ ਜਦੋਂ ਤੱਕ ਨਹੀਂ ਫੜਾਂਗੇ ਨਾ ਉਦੋਂ ਤੱਕ ਨਿਊਜ਼ ਦੇ ਵਿੱਚ ਨਿਖਾਰ ਨਹੀਂ ਆਏਗਾ। ਮੈਂ ਕਿਹਾ ਵਾਟ ਅ ਸਟੇਟਮੈਂਟ ਯਾਰ। ਪਤਾ ਅੱਜ ਕੱਲ੍ਹ ਮੈਨੂੰ ਇੱਕ ਵੀ ਯਾਦ ਆ ਕਿ ਅਸੀਂ ਕਨਵੀਨੀਅੰਟ ਜਰਨਲਿਜ਼ਮ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਜ਼ਿਆਦਾ ਕਨਵੀਨੀਅੰਟ ਹੋ ਗਿਆ ਕਿ ਅਸੀਂ ਉਹੀ ਬੋਲਦੇ ਹਾਂ ਜੋ ਸਰਕਾਰ ਸਾਨੂੰ ਕਹਿੰਦੀ ਆ, ਕਿਉਂਕਿ ਫਿਰ ਅਸੀਂ ਸਰਕਾਰ ਦੀਆਂ ਡਿਨਰ ਡਿਪਲੋਮੇਸੀ ਤੇ ਵੀ ਜਾਣਾ ਆ। ਕੱਲ੍ਹ ਨੂੰ ਸਾਨੂੰ ਫੋਨ ਕਰਕੇ ਸਰਦਾਰ ਨੇ ਇਹ ਵੀ ਕਹਿ ਦੇਣਾ ਅਸੀਂ ਆਹ ਲਾਂਚ ਕਰਨ ਲੱਗੇ ਹਾਂ ਦਿੱਲੀ ਤੋਂ ਫਲਾਣੇ ਥਾਂ, ਬਸ ਤੁਸੀਂ ਸਾਡੀ ਬੱਸ 'ਚ ਬਹਿ ਕੇ ਨਾਲ ਕਵਰ ਕਰਨ ਜਾਣਾ ਹੈ।
ਜੇ ਤੁਸੀਂ ਸਰਕਾਰ ਦੇ ਐਂਟੀ ਹੋਵੋਗੇ ਤੁਹਾਨੂੰ ਇਹ ਸਾਰੇ ਇਨਵੀਟੇਸ਼ਨ ਨਹੀਂ ਆਉਣੇ ਹੈਗੇ, ਤੁਹਾਨੂੰ ਇਹ ਸੋਰਸ ਨਹੀਂ ਮਿਲਣਾ। ਅਸੀਂ ਫਿਰ ਕਨਵੀਨੀਅੰਟ ਜਰਨਲਿਜ਼ਮ ਕਰਨੀ ਸ਼ੁਰੂ ਕਰ ਦਿੱਤੀ ਆ, ਜਿਹਦਾ ਨਤੀਜੇ ਵੀ ਮੈਨੂੰ ਲੱਗਦਾ ਬਹੁਤ ਮਾੜੇ ਹੋਣ ਦੇ ਸਾਹਮਣੇ ਆਉਂਦੇ। ਬਿਲਕੁਲ ਜੀ, ਦੇਸ਼ ਵਾਸਤੇ ਮਾੜੇ, ਲੋਕਾਂ ਵਾਸਤੇ ਮਾੜੇ, ਔਰ ਲੱਗਦਾ ਕਿ ਦੇਸ਼ ਦੀ ਭਲਾਈ ਤੇ ਲੋਕਾਂ ਦੀ ਭਲਾਈ ਸ਼ਾਇਦ ਸਿਲੇਬਸ ਦਾ ਵਿਸ਼ਾ ਹੀ ਨਹੀਂ ਰਹਿ ਗਿਆ, ਕੋਈ ਹੋਰ ਸਿਲੇਬਸ ਬਣ ਗਿਆ। ਹੋਰ ਖੈਰ ਮੁੱਦੇ, ਇੱਕ ਹੋਰ ਮੁੱਦਾ ਬੜਾ ਜ਼ਬਰਦਸਤ ਹੈ, ਰਿਪੋਰਟ ਆਈ ਹੈ ਪੰਜਾਬ ਦੇ ਵਿੱਚ ਰੋਜ਼ 12 ਤੋਂ 13 ਬੰਦੇ ਮਰਦੇ ਪਏ ਨੇ ਸੜਕ ਹਾਦਸਿਆਂ ਦੇ ਵਿੱਚ, ਔਰ ਇਹਦੇ ਉੱਤੇ ਖਾਸ ਕੰਮ ਹੋਣਾ ਚਾਹੀਦਾ ਹੈ। ਸੜਕ ਦੀ ਗਲਤ ਬਣਾਵਟ ਰਿਸਪੌਂਸੀਬਲ ਹੈ, ਰੋਸ਼ਨੀ ਦਾ ਪ੍ਰਬੰਧ ਨਹੀਂ ਹੈ, ਮੋੜ ਪ੍ਰੋਪਰ ਨੇ ਜਿਨ੍ਹਾਂ ਉੱਤੇ ਸੁਧਾਰ ਹੋਣੇ ਚਾਹੀਦੇ ਨੇ। ਫਿਰ ਕਈ ਬਲੈਕ ਸਪੌਟਸ ਨੇ, ਬਲੈਕ ਸਪੌਟਸ ਮਤਲਬ ਜਿੱਥੇ ਹਰ ਵੇਲੇ ਖਤਰਾ ਬਣਿਆ ਰਹਿੰਦਾ ਕਿ ਇੱਥੇ ਐਕਸੀਡੈਂਟ ਹੋਣਾ ਹੀ ਹੋਣਾ, ਇੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਨੇ, ਬਲੈਕ ਸਪੌਟਸ, ਉਹਨਾਂ ਉੱਤੇ ਕੰਮ ਕਰਨਾ ਜ਼ਰੂਰੀ ਆ। ਖੱਡੇ ਭਰਨੇ ਜ਼ਰੂਰੀ ਨੇ, ਪੱਟੀਆਂ ਠੀਕ ਹੋਣੀਆਂ ਜ਼ਰੂਰੀ ਨੇ, ਸਫੇਦ ਪੱਟੀ ਨਹੀਂ ਲੱਗੀ ਹੁੰਦੀ, ਉਹ ਵੀ ਚੀਜ਼ਾਂ ਜ਼ਰੂਰੀ ਨੇ। ਸੋ ਪੈਦਲ ਚੱਲਣ ਵਾਲਿਆਂ ਵਾਸਤੇ ਔਰ ਸਾਈਕਲ ਵਾਲਿਆਂ ਵਾਸਤੇ, ਰਿਕਸ਼ਾ ਵਾਸਤੇ ਪ੍ਰੋਪਰ ਸਪੇਸ ਨਹੀਂ ਹੈ। ਅੱਛਾ, ਜੇ ਬਾਕੀ ਇਹਨਾਂ ਅੰਕੜਿਆਂ ਨੂੰ ਕੰਪੇਅਰ ਕੀਤਾ ਜਾਵੇ ਨਾ ਪਿਛਲੇ ਕਈ ਸਾਲਾਂ ਤੋਂ, ਇਹ ਬਹੁਤ ਘੱਟ ਅੰਕੜੇ ਆ ਸੰਜੀਵ ਜੀ, ਬਹੁਤ ਘੱਟ ਅੰਕੜੇ। ਇਹਦੇ 'ਚ ਇੱਕ ਚੀਜ਼ ਹੋਰ ਆਉਂਦੀ ਹੈ ਜਿਹੜੀ ਨਸ਼ਿਆਂ ਵਾਲੀ ਤੁਸੀਂ ਗੱਲ ਕੀਤੀ ਹੈ, ਕਈ ਲੋਕ ਨਸ਼ੇ ਦਾ ਸੇਵਨ ਕਰਕੇ ਵੀ ਪਤਾ ਡਰਾਈਵ ਕਰਦੇ ਨੇ। ਮੈਨੂੰ ਲੱਗਦਾ ਕਿ ਇੱਕੋ ਹੀ ਮਿਨਿਸਟਰੀ ਆ ਜਿਹਦੇ ਤੇ ਬਹੁਤ ਸੋਹਣਾ ਕੰਮ ਹੋਇਆ, ਉਹ ਹੈ ਰੋਡਸ ਤੇ ਟਰਾਂਸਪੋਰਟ ਮਿਨਿਸਟਰੀ। ਨਿਤਿਨ ਗਡਕਰੀ ਹੁਣ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ। ਮੈਂ ਜਿਹੜੇ ਕੰਮ ਜਿਹਦਾ ਹੋਇਆ ਆਪਾਂ ਉੱਤੇ ਕੰਮ ਕਵਾਂਗੇ, ਹੋਇਆ ਕੰਮ, ਮਤਲਬ ਵਰਲਡ ਵਿੱਚ ਰਿਕਾਰਡ ਬਣਾਇਆ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਸਭ ਤੋਂ ਲੰਬੀ ਕਿਲੋਮੀਟਰ ਦੇ ਵਿੱਚ ਸੜਕ ਬਣਾਈ। ਔਰ ਐਕਸਪ੍ਰੈਸ ਵੇ ਜਿਹੜੇ ਨੇ ਅਸੀਂ ਕਦੀ ਸੁਣੇ ਹੀ ਨਹੀਂ ਸੀਗੇ, ਉਹ ਅੱਜ ਹੋ ਗਏ। ਤੁਸੀਂ ਇੱਥੋਂ ਜਲੰਧਰ ਤੋਂ ਦਿੱਲੀ ਜਾਣਾ ਹੋਵੇ ਤਾਂ ਤੁਸੀਂ ਉੱਪਰ ਜਾ ਕੇ ਦਿੱਲੀ ਚਲੇ ਜਾਂਦੇ ਆ। ਹੁਣ ਫਿਰ ਟ੍ਰੇਨਸ ਫਾਸਟ ਹੋਣੀਆਂ ਸ਼ੁਰੂ ਹੋ ਗਈਆਂ। ਚਲੋ ਟਰਾਂਸਪੋਰਟੇਸ਼ਨ ਸਿਸਟਮ ਦੇ ਉੱਤੇ ਤੇ ਗੱਲ ਹੋ ਸਕਦੀ ਆ, ਪਰ ਹਾਂ ਮੀਂਹ ਜਿਹੜਾ ਨਾ, ਮੀਂਹ ਦੇ ਆਉਂਦਿਆਂ ਸਾਰੀ ਸਾਡੀਆਂ ਇਹ ਜਿਹੜੀਆਂ ਸੜਕਾਂ ਟੁੱਟ ਭੱਜ ਜਾਣੀਆਂ, ਖੱਡੇ ਹੋ ਜਾਣੇ, ਪਾਣੀ ਭਰ ਜਾਣਾ, ਵਿੱਚ ਵਹਿ ਜਾਣੀਆਂ ਸੜਕਾਂ, ਇਹ ਹਰ ਸਾਲ ਹੁੰਦਾ। ਤੇ ਜੇ ਹਰ ਸਾਲ ਸਾਨੂੰ ਪਤਾ ਹੈ ਸੀਨ ਆਉਣਾ ਆ, ਤੇ ਅਸੀਂ ਕਿਉਂ ਨਹੀਂ ਬਣਾਉਂਦੇ ਲਿੰਕ ਰੋਡਸ ਤੇ? ਸਪੈਸ਼ਲੀ ਲਿੰਕਸ ਰੋਡਸ ਤੇ ਕਈ ਵਾਰ ਤੁਸੀਂ ਦੇਖੋ ਗਟਰ ਖੁੱਲੇ ਨੇ, ਪਾਣੀ ਭਰੀ ਜਾਂਦਾ ਔਰ ਲੋਕਾਂ ਨੂੰ ਥੋੜਾ ਪਤਾ ਕਿ ਉੱਥੇ ਗਟਰ ਖੁੱਲਾ ਹੈ, ਵਿੱਚ ਗਟਰ ਦੇ ਵਿੱਚ ਲੋਕ ਡਿੱਗ ਪੈਂਦੇ ਨੇ, ਡੈਥਸ ਹੋ ਜਾਂਦੀਆਂ ਨੇ, ਸਕੂਟਰ ਐਕਸੀਡੈਂਟ, ਮੋਟਰ ਐਕਸੀਡੈਂਟ। ਮੈਂ ਖੁਦ ਆਪਣਾ ਇਹ ਬਾਈਕ ਦੇ ਉੱਤੇ ਮੈਂ ਇਸ ਚੀਜ਼ ਨੂੰ ਫੇਸ ਕਰ ਚੁੱਕਾ। ਮੈਨੂੰ ਨਹੀਂ ਪਤਾ ਸੀਗਾ ਕਿ ਅੱਗੇ ਖੱਡਾ, मैंने कहा पानी भरया होया और कम से कम 1 फुट थले और मैं बाइक तो और बड़ी मुश्किल लोगों ने गल होई है ना कि मतलब ये चीज़ां ने। और एक चीज़ होर मतलब जिहड़ा ये सड़क दा सफ़र है कितना महंगा हो चुका, टोल प्लाजा किन्ने महंगे। हुण प्रश्न ये हुंदा कि प्रॉब्लम ये है कि इन्ना टैक्स देण तो बाद लोगों ने खट्टिया की एक्सीडेंट मौतां। अच्छा मैं ना एक गल देखी आ, मैं कदी इन्हां नूं मैच्योर हुंदे देखिया नहीं टोल प्लाजे नूं, मतलब ये टैक्स मैच्योर हुंदे ही नहीं गे, मतलब कभी हटाए नहीं जाणगे जां ये घट भी नहीं हुंदे देखे भी चलो हुण असीं जिहड़ा साडा टाए सीगा वो हो गया जी, हुण असीं तुहाडे कोले 10 रुपए पर्ची 20 रुपए पर्ची लैनी शुरू कर दित्ती भी जां मेंटेनेंस चार्जेस असीं लवांगे। मतलब किते भी नहीं हैगा, किते भी नहीं। मतलब तुहाडा 10 साल दा उस कंपनी नाल कॉन्ट्रैक्ट सी, उन्हें सड़क बनाई, ठीक है, ਉਹਦਾ ਹੱਕ ਬਣਦਾ ਕਿ ਟੈਕਸ ਲੈ ਕੇ ਆਪਣਾ ਪੈਸਾ ਲਵੇ ਔਰ ਮੁਨਾਫਾ ਲਵੇ। 10 ਇਅਰਸ ਦਾ ਕੰਟਰੈਕਟ ਸੀ, ਓਕੇ। ਉਸ ਤੋਂ ਬਾਅਦ ਫਿਰ ਕੀ ਹੋਇਆ, ਉਹ ਰਿਵਾਈਵ ਕੀਤਾ, ਨਵਾਂ ਕੰਟਰੈਕਟ ਸਾਈਨ ਹੋਇਆ, ਫਿਰ ਉਸੇ ਰੇਟ ਤੇ ਹੋਏਗਾ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਦੋਂ ਤੁਸੀਂ ਆਪਣਾ ਖਰਚਾ ਪੂਰਾ ਕਰ ਲਿਆ ਹੁਣ ਹੋਰ ਕਿੰਨਾ, ਮਤਲਬ ਇਹ ਤਾਂ ਫਿਰ ਖੂਨ ਪੀਣ ਵਾਲੀ ਗੱਲ ਹੋ ਗਈ ਨਾ ਜਨਤਾ ਦਾ, ਹੋਰ ਤਾਂ ਕੁਝ ਨਹੀਂ ਹੋਇਆ। ਸੋ ਇਹ ਸਾਰੀਆਂ ਗੱਲਾਂ ਜੇ ਆਪਾਂ ਗੌਰ ਕਰੀਏ ਜਤਿੰਦਰ ਜੀ, ਤਾਂ ਉਮੀਦ ਕਰਦੇ ਹਾਂ ਕਿ ਮਾਨ ਸਰਕਾਰ ਇਸ ਦਿਸ਼ਾ ਦੇ ਵਿੱਚ ਕੋਈ ਵਧੀਆ ਕੰਮ ਕਰੇ ਤਾਂ ਲੋਕ ਭਲਾਈ ਹੋਵੇ, ਸਟੇਟ ਦੀ ਭਲਾਈ ਹੋਵੇ, ਲੋਕਾਂ ਨੂੰ ਸੁੱਖ ਦਾ ਸਾਹ ਆਵੇ। ਕੀ ਕਹਿੰਦੇ ਹੋ ਜਾਂਦੇ ਜਾਂਦੇ ਆਪਾਂ? ਵਾਕਈ ਸੁੱਖ ਦਾ ਸਾਹ ਆਵੇ। ਔਰ ਬਿਜਲੀ ਦੇ ਕੱਟ ਬਹੁਤ ਲੱਗਣ ਲੱਗ ਪਿਆ। ਮਾਨ ਸਾਹਿਬ ਨੂੰ ਇਹ ਵੀ ਦੱਸਣਾ ਹੋਣਾ ਚਾਹੀਦਾ ਵੀ ਤੁਸੀਂ ਫ੍ਰੀ 'ਚ ਕਰ ਦਿੱਤੀ ਪਰ ਉਸ ਤੋਂ ਬਾਅਦ ਕੱਟ ਬੜੇ ਲਾਉਣੇ ਸ਼ੁਰੂ ਕਰਤੇ ਆ। हाँ, ये ज़रा विचार करने वाली गल है और शायद ये भी कोई बेनिफिट होगा किसी तरह कह दिता जाएगा। ये जनता की भलाई है, जनता की भलाई है। फिलहाल तुसीं देखते रहो पंजाब मेल USA TV। मैनूं ते संजीव जी नूं दिओ इजाजत। सत श्री अकाल। सत श्री अकाल जी।